Welcome again, students. Today we will do a very interesting story. Our chapter number 3 of supplementary section. Name of the chapter is Sparrows, written by K.A. Abbas. So बच्चों बहुत इंटरेस्टिंग और बहुत इमोशनल स्टोरी है। I must say कि ਤੁਸੀਂ ऑनलाइन स्टडीज़ ਦਾ ਇੰਨਾ ਬੈਨੀਫਿਟ ਲੈ ਨਹੀਂ ਰਹੇ ਜਿੰਨਾ ਤੁਹਾਨੂੰ ਲੈਣਾ ਚਾਹੀਦਾ। ਬਿਲਕੁਲ ਉਸੇ ਤਰੀਕੇ ਦੇ ਨਾਲ ਲੈਸਨ ਪੜ੍ਹਾ ਰਹੀ ਹਾਂ ਜਿਸ ਤਰ੍ਹਾਂ ਕਲਾਸ ਦੇ ਵਿੱਚ ਪੜ੍ਹਾਈਦਾ। ਸੋ ਪਲੀਜ਼ ਇਹਦਾ ਫਾਇਦਾ ਲਵੋ, ਬੈਨੀਫਿਟ ਲਵੋ, ਇਸ ਨੂੰ ਪੂਰਾ ਦੇਖਿਆ ਕਰੋ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖਿਆ ਕਰੋ। ਕਾਫੀ ਨਵੇਂ ਵਰਡਸ ਇੰਗਲਿਸ਼ ਦੇ ਪਤਾ ਲੱਗਦੇ ਆ, ਸੈਂਟੈਂਸਸ ਦੇ ਮੀਨਿੰਗ ਪਤਾ ਲੱਗਦੇ ਆ, ਤੁਹਾਡੀ ਜਾਣਕਾਰੀ ਨੌਲੇਜ ਹੈ ਉਹ ਬਹੁਤ ਵਧੇਗਾ, I promise. So students, I am going to start the lesson. Read ਨਾਲ ਕਰੋ ਤੁਸੀਂ ਵੀ ਆਪਣੀ ਬੁੱਕਸ ਤੋਂ। The sun was setting behind the mango grove which fringed the western extremity of the village when Rahim Khan returned from the fields. ਕਹਿੰਦੇ ਕਿ ਜਦੋਂ ਰਹੀਮ ਖਾਨ ਆਪਣੇ ਖੇਤਾਂ ਦੇ ਵਿੱਚੋਂ ਵਾਪਸ ਪਰਤਦਾ ਤਾਂ ਉਸ ਵੇਲੇ ਅੰਬਾਂ ਦੇ ਬਾਗ ਦੇ ਕੋਲ ਸੂਰਜ ਜਿਹੜਾ ਸੀ ਉਹ ਛੁਪ ਰਿਹਾ ਹੁੰਦਾ। Broad and strong despite his 50 odd years, with the plough on his shoulders and driving his 2 oxen, he walked through the main street of the village with the haughty and unfriendly air. Writer ਇੱਥੇ ਰਹੀਮ ਖਾਨ ਦੇ physical appearance ਬਾਰੇ ਦੱਸ ਰਹੇ ਹੈ ਕਿ ਉਹ ਕਾਫੀ ਲੰਬੇ ਚੌੜੇ ਜੁੱਸੇ ਦਾ ਮਾਲਕ ਸੀ। 50 ਸਾਲ ਦੇ ਲਗਭਗ ਆਪਣੀ ਜ਼ਿੰਦਗੀ ਦੇ ਕੱਢੇ ਸਨ। ਹਮੇਸ਼ਾ ਉਹਨੇ ਆਪਣੇ ਮੋਢਿਆਂ ਦੇ ਉੱਤੇ ਹੱਲ ਚੁੱਕਿਆ ਹੋਣਾ, ਆਪਣੇ 2 ਬਲਦਾਂ ਨੂੰ ਹਿੱਕਦੇ ਹੋਇਆਂ ਜਦੋਂ ਪਿੰਡ ਦੀ ਗਲੀ ਦੇ ਵਿੱਚੋਂ ਲੰਘਦਾ ਤਾਂ ਆਲੇ ਦੁਆਲੇ ਦਾ ਮਾਹੌਲ ਜਿਹੜਾ ਸੀ ਉਹਦੇ ਲਈ ਬਹੁਤ ਦੋਸਤੀ ਵਾਲਾ ਨਹੀਂ ਸੀ ਹੁੰਦਾ ਔਰ ਹੰਕਾਰਿਆ ਹੋਇਆ ਹੁੰਦਾ ਸੀ, ਬੁਰਾ ਹੁੰਦਾ ਸੀ। As he approached the chapal, where a dozen or so peasants were collected for their evening smoke, the hilarious tones of gossip died down to cautious whispers. ਜਦੋਂ ਉਹ ਲੋਕ ਸ਼ਾਮ ਨੂੰ ਇਕੱਠੇ ਹੋ ਕੇ ਬੈਠੇ ਹੁੰਦੇ ਆ ਕਿਤੇ, ਜਾਂ ਵਿਹਲੇ ਲੋਕ ਜਿਹੜੇ ਚੌਪਾਲ ਤੇ ਬੈਠੇ ਹੁੰਦੇ ਆ ਸ਼ਾਮ ਦਾ ਉੱਥੇ ਸਮੋਕ ਕਰ ਰਹੇ ਹੁੰਦੇ, ਉਹਨਾਂ ਦੀਆਂ ਜਿਹੜੀਆਂ ਬਹੁਤ ਉੱਚੀ ਉੱਚੀ ਹਾਸਿਆਂ ਦੀਆਂ ਆਵਾਜ਼ਾਂ ਪਹਿਲਾਂ ਆ ਰਹੀਆਂ ਹੁੰਦੀਆਂ ਸੀ। ਰਹੀਮ ਖਾਨ ਨੂੰ ਦੇਖਦਿਆਂ ਹੀ ਉਹ ਹੌਲੀ ਹੌਲੀ ਕੰਨਾਂ ਦੇ ਵਿੱਚ ਫੁਸਫੁਸਾਹਟ ਵਿੱਚ ਉਹ ਬਦਲ ਜਾਂਦੀਆਂ, ਹੌਲੀ ਹੌਲੀ ਗੱਲਾਂ ਕਰਨ ਲੱਗ ਜਾਂਦੇ ਉਸਨੂੰ ਦੇਖ ਕੇ। It was only when he had vanished round the corner ਤੇ ਜਦੋਂ ਉਹ ਆਪਣੀ ਗਲੀ ਦੇ ਸਿਰੇ ਤੱਕ ਜਾ ਕੇ ਉਹਨਾਂ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦਾ, the heavy tread of his footsteps was heard no more ਤੇ ਉਹਦੇ ਭਾਰੀ ਭਰਕਮ ਪੈਰਾਂ ਦੀ ਆਵਾਜ਼ ਸੁਣਨੀ ਬੰਦ ਹੋ ਜਾਂਦੀ। That Kallu, passing a communal hookah to another, remarked. ਕੱਲੂ ਜਿਹੜਾ ਉੱਥੇ ਸਾਰਿਆਂ ਦਾ ਸਾਂਝਾ ਇੱਕ ਹੁੱਕਾ ਹੁੰਦਾ ਰੱਖਿਆ ਹੁੰਦਾ ਉਹਨਾਂ ਨੇ, ਦੂਸਰੇ ਬੰਦੇ ਨੂੰ ਫੜਾਉਂਦਾ ਹੋਇਆ ਰਿਮਾਰਕ ਕਰਦਾ, ਤਾਨਾ ਮਾਰਦਾ, ਜਾਂ ਕਹਿ ਲਓ ਕਿ ਕੁਛ ਉਹਦੇ ਬਾਰੇ ਕਹਿੰਦਾ। There goes the hard-hearted devil, ਉਹ ਜਾ ਰਿਹਾ ਸਖਤ ਦਿਲ ਸ਼ੈਤਾਨ। To which Nanha, the fat sweet seller, added. ਉਸਦੀ ਇਸ ਗੱਲ ਦੇ ਵਿੱਚ ਹੋਰ ਗੱਲ ਨੂੰ ਨਾਲ ਜੋੜਦਾ ਨਨਹਾ ਜਿਹੜਾ ਕਿ ਹਲਵਾਈ ਸੀ। He is getting worse and worse every day. ਕਹਿੰਦੇ ਉਹ ਇਹ ਰੋਜ਼ ਬੁਰੇ ਤੋਂ ਬੁਰਾ ਹੁੰਦਾ ਜਾ ਰਿਹਾ। Only yesterday he beat poor Ramu's child for throwing a pebble at his oxen. ਕੱਲ ਦੀ ਗੱਲ ਹੈ, ਕਹਿੰਦੇ ਕਿ ਗਰੀਬ ਰਾਮੂ ਦੇ ਬੱਚੇ ਨੂੰ ਇਸਨੇ ਮਾਰਿਆ। ਕਿਉਂ ਮਾਰਿਆ? ਕਿਉਂਕਿ ਉਸਨੇ ਉਹਦੇ ਬਲਦ ਦੇ ਉੱਤੇ ਇੱਕ ਪੱਥਰ ਸੁੱਟਿਆ ਸੀ। Ramnath, the officious Zaildar, volunteered further details of Rahim Khan's recent cruelties. ਪਿੰਡ ਦਾ official ਦਫ਼ਤਰੀ ਜ਼ੈਲਦਾਰ ਸੀਗਾ, ਉਹਦਾ ਨਾਮ ਰਾਮਨਾਥ ਸੀ। ਉਹ ਵੀ ਆਪਣੀ ਗੱਲ ਕਰਨ ਤੋਂ ਰਹਿ ਨਾ ਸਕਿਆ, ਆਪਣੇ ਆਪ ਨੂੰ ਉਹਨੇ ਪੇਸ਼ ਕੀਤਾ ਰਹੀਮ ਖਾਨ ਦੀਆਂ ਜਿਹੜੀਆਂ ਰੀਸੈਂਟ ਕਰੂਐਲਿਟੀਜ਼ ਦੇ ਬਾਰੇ 'ਚ ਦੱਸਣ ਲੱਗਿਆ ਕਿ ਜਿਹੜੀਆਂ ਉਹਨੇ ਹੁਣੇ ਹੀ ਜ਼ੁਲਮ ਕੀਤੇ ਸੀ ਉਹਨਾਂ ਬਾਰੇ ਦੱਸਣ ਲੱਗਿਆ। And the other day he very nearly killed my mare for straying into his fields. ਕੁਛ ਦਿਨ ਪਹਿਲਾਂ ਦੀ ਗੱਲ ਹੈ, 1-2 ਦਿਨ ਪਹਿਲਾਂ ਦੀ ਗੱਲ ਹੈ, ਮੇਰੀ ਘੋੜੀ ਨੂੰ ਇਹਨੇ ਮਾਰ ਹੀ ਦੇਣਾ ਸੀਗਾ ਜਿਹੜੀ ਕਿ ਉਸਦੇ ਖੇਤਾਂ ਵਿੱਚ ਘਾਹ ਚਰਨ ਵਾਸਤੇ ਵੜ ਗਈ ਸੀ। The Zaildar, of course, thought it quite irrelevant to mention that the straying of his mare had been specially planned by his own mischievous sons. ਤੇ ਜ਼ੈਲਦਾਰ ਨੇ ਇਹ ਗੱਲ ਤਾਂ ਦੱਸ ਦਿੱਤੀ ਕਿ ਮੇਰੀ ਘੋੜੀ ਨੂੰ ਮਾਰ ਦੇਣ ਲੱਗਿਆ ਸੀ, ਲੇਕਿਨ ਉਸਨੇ ਇੱਥੇ ਇਹ ਗੱਲ ਸਹੀ ਮੁਨਾਸਿਬ ਨਾ ਸਮਝੀ। ਇਰਰੈਲੀਵੈਂਟ ਦਾ ਮਤਲਬ ਜਿਹੜੀ ਢੁੱਕਦੀ ਨਾ, ਕਿ ਉਸਦੇ ਜਿਹੜੇ ਸ਼ੈਤਾਨ ਬੱਚਿਆਂ ਦੀ ਹੀ ਇਹ ਸਾਰੀ ਯੋਜਨਾ ਸੀਗੀ, ਸਕੀਮ ਬਣਾਈ ਸੀ ਉਹਨਾਂ ਨੇ ਕਿ ਆਪਣੀ ਘੋੜੀ ਨੂੰ ਇਹਦੇ ਖੇਤਾਂ ਵਿੱਚ ਜਾਣ ਬੁੱਝ ਕੇ ਘਾਹ ਚਰਨ ਵਾਸਤੇ ਛੱਡ ਦੇ। The old grey-haired Patel was as usual the last to open his toothless mouth. ਹੁਣ ਬੁੱਢਾ ਜਿਹਦੇ ਧੌਲੇ ਵਾਲ ਸੀਗੇ, ਚਿੱਟੇ ਵਾਲ ਸੀ, ਪਟੇਲ ਉਹਦਾ ਨਾਮ ਸੀ, ਤੇ ਉਹ ਆਪਣਾ ਜਿਹੜਾ ਦੰਦਾਂ ਤੋਂ ਬਿਨਾਂ ਮੂੰਹ ਹੈ
ਉਹ ਖੋਲ ਕੇ ਅਖੀਰ ਵਿੱਚ ਉਹ ਬੋਲਿਆ। ਐਂਡ ਐਜ਼ ਯੂਜ਼ੁਅਲ ਹਿਜ਼ ਵਰਡਸ ਵਰ prefaced by pious invocation to the Almighty। ਤੇ ਜਿਵੇਂ ਹਰ ਰੋਜ਼ ਵਾਂਗ ਇਸੇ ਤਰ੍ਹਾਂ ਉਹ ਜਿਵੇਂ ਰੱਬ ਨੂੰ ਯਾਦ ਕਰਦਾ ਹੋਇਆ ਬੋਲਿਆ, ਹਰੇ ਰਾਮ ਹੀ ਮਟਰ। I have never seen such a cruel man। ਮੈਂ ਇਸ ਤਰ੍ਹਾਂ ਦਾ ਜ਼ਾਲਮ ਇਨਸਾਨ ਕਦੀ ਨਹੀਂ ਦੇਖਿਆ। He has compassion neither for the child nor for the helpless animal। ਇਹਨੂੰ ਤੇ ਨਾ ਤਾਂ ਛੋਟੇ ਛੋਟੇ ਬੱਚਿਆਂ ਤੇ ਤਰਸ ਆਉਂਦਾ, ਵਿਚਾਰੇ ਜਾਨਵਰਾਂ ਤੇ ਵੀ ਤਰਸ ਨਹੀਂ ਕਰਦਾ। No wonder his own sons have run away from home। ਇਸ ਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਉਸਦੇ ਆਪਣੇ ਪੁੱਤਰ ਘਰੋਂ ਦੌੜ ਗਏ ਹੋਏ। The subject of their conversation meanwhile had reached his hut, which almost symbolically stood gaunt, aloof, at a distance from the neighboring cluster of houses। ਹੁਣ ਗੱਲਬਾਤ ਦਾ ਵਿਸ਼ਾ ਉਸਦੇ ਘਰ ਤੱਕ ਪਹੁੰਚ ਜਾਂਦਾ, ਜਿਹੜਾ ਉਸਦਾ ਘਰ ਜਿਹੜਾ ਸੀਗਾ ਕਿ ਬਾਕੀ ਘਰਾਂ ਦੇ ਨਾਲੋਂ ਜਿਹੜੇ ਕਿ ਉਹਦੇ ਗੁਆਂਢੀਆਂ ਦੇ ਘਰ ਕਾਫੀ ਦੂਰ ਸੀ, ਉਹਨਾਂ ਘਰਾਂ ਦੇ ਨਾਲੋਂ ਦੂਰ ਦਰਾਡੇ ਖੜਾ ਸੀ ਇਕੱਲਾ। Leaning the plough up against the low wall of his house, he proceeded to tie the oxen to a big wooden stakes embedded in the ground just in front of the doorway। ਉਧਰ ਰਹੀਮ ਖਾਨ ਆਪਣੇ ਘਰ ਪਹੁੰਚ ਗਿਆ। ਉਸਨੇ ਘਰ ਪਹੁੰਚ ਕੇ ਆਪਣੇ ਮੋਢਿਆਂ ਤੋਂ ਹਲ ਉਤਾਰ ਕੇ ਜਿਹੜੀ ਛੋਟੀ ਦੀਵਾਰ ਸੀ ਘਰ ਦੇ ਬਾਹਰ ਉਹਦੇ ਨਾਲ ਉਸਨੂੰ ਖੜਾ ਕਰ ਦਿੱਤਾ ਤੇ ਆਪਣੇ ਬਲਦਾਂ ਦਾ ਜਿਹੜਾ ਜੋੜਾ ਸੀ ਉਸਨੂੰ ਵੱਡੇ ਵੱਡੇ ਕਿੱਲਿਆਂ ਦੇ ਉੱਤੇ ਬੰਨਣ ਵਾਸਤੇ ਅੱਗੇ ਵਧਿਆ। ਭਾਈ ਰਹੀਮ ਖਾਨ, an obsequious voice said behind him as he was about to enter the house। ਹੁਣ ਜਿਵੇਂ ਹੀ ਉਹ ਘਰ ਦੇ ਅੰਦਰ ਦਾਖਲ ਹੋਣ ਵਾਲਾ ਹੀ ਸੀ ਕਿ ਪਿੱਛੋਂ ਦੀ ਇੱਕ ਜਾਣੀ ਪਹਿਚਾਣੀ ਹੋਈ ਆਵਾਜ਼ ਉਸਨੂੰ ਸੁਣਾਈ ਦਿੱਤੀ। ਭਾਈ ਰਹੀਮ ਖਾਨ, what is it? he gruffly queried, turned round to address the old woman who had come out of the house nearest his own। ਕੀ ਹੋਇਆ ਕਹਿੰਦਾ, ਬੜੇ ਰੁੱਖੇ ਤਰੀਕੇ ਦੇ ਨਾਲ ਉਹਨੇ ਪੁੱਛਿਆ। As she hesitated to speak, he fired a volley of questions। ਜਿਵੇਂ ਹੀ ਉਹ ਕੁਝ ਬੋਲਣ ਤੋਂ ਝਿਜਕੀ, ਰਹੀਮ ਖਾਨ ਨੇ ਪ੍ਰਸ਼ਨਾਂ ਦੀ ਝੜੀ ਲਗਾ ਦਿੱਤੀ। What is it? I won't eat you। ਕੀ ਹੋਇਆ ਕਹਿੰਦਾ, ਮੈਂ ਤੈਨੂੰ ਖਾ ਨਹੀਂ ਜਾਣ ਲੱਗਿਆ। Why don't you speak? ਬੋਲਦੀ ਕਿਉਂ ਨਹੀਂ ਤੂੰ? Woman, has your son been arrested again for revenue arrears? Or has your daughter-in-law delivered another baby? ਕੀ ਤੇਰੇ ਸਨ ਨੂੰ ਫੇਰ ਮਾਲੀਏ ਇਕੱਠੇ ਕਰਨ ਵਾਲੇ ਫਿਰ ਪਕੜ ਕੇ ਲੈ ਗਏ ਜਾਂ ਕਿ ਤੇਰੀ ਨੂੰਹ ਦੇ ਘਰ ਇੱਕ ਹੋਰ ਬੱਚਾ ਹੋਇਆ। As he stopped for breath, ਤੇ ਜਿਵੇਂ ਹੀ ਉਹ ਸਾਹ ਲੈਣ ਲਈ ਥੋੜਾ ਜਿਹਾ ਰੁਕਿਆ, the woman summoned up all the courage to utter 2 words। ਤਾਂ ਉਸ ਔਰਤ ਨੇ ਬੜਾ ਹੀ ਹੌਸਲਾ ਆਪਣਾ ਸਾਰਾ ਇਕੱਠਾ ਕੀਤਾ ਤੇ 2 ਅੱਖਰ ਉਹਦੇ ਮੂੰਹ ਵਿੱਚੋਂ ਨਿਕਲੇ, your wife। ਤੇਰੀ ਪਤਨੀ has run away। he completed the sentence with a grin। ਤੇ ਉਹਦੀ ਗੱਲ ਵੀ ਪੂਰੀ ਨਹੀਂ ਹੋਣ ਦਿੱਤੀ ਤੇ ਵਿੱਚੋਂ ਹੀ ਉਹਦੀ ਗੱਲ ਨੂੰ ਪਕੜ ਕੇ ਦੰਦੀਆਂ ਜਿਹੀਆਂ ਕੱਢਦਾ ਹੋਇਆ ਬੋਲਿਆ, ਕਹਿੰਦਾ ਭੱਜ ਗਈ ਹੈ। which broadened with the realization that he had guessed right। ਤੇ ਫਿਰ ਜਿਹੜਾ ਉਹ ਥੋੜੀਆਂ ਜਿਹੀਆਂ ਦੰਦੀਆਂ ਕੱਢ ਰਿਹਾ ਸੀ, ਜਦੋਂ ਉਸਨੂੰ ਆਪਣੇ ਆਪ ਹੀ ਇਹ ਸਮਝ ਲਿਆ ਕਿ ਮੇਰੀ ਕਹੀ ਹੋਈ ਗੱਲ ਠੀਕ ਹੈ, ਆਪਣੇ ਆਪ ਹੀ ਅੰਦਾਜ਼ਾ ਲਗਾ ਕੇ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਠੀਕ ਹੈ। No, the woman hesitantly explained with an apologetic look। ਉਹ ਵਿਚਾਰੀ ਗਰੀਬ ਔਰਤ, ਬੁੱਢੀ ਔਰਤ ਜਿਵੇਂ ਮਾਫੀ ਮੰਗਣ ਦੇ ਤਰੀਕੇ ਦੇ ਨਾਲ ਕਹਿੰਦੀ, ਨਹੀਂ, as if she herself were responsible for his wife's absence। ਇੰਝ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਪ ਨੂੰ ਕਸੂਰਵਾਰ ਸਮਝ ਰਹੀ ਹੋਵੇ ਕਿ ਉਸਦੀ ਵਾਈਫ ਦੇ ਉੱਥੇ ਨਾ ਹੋਣ ਦਾ ਕਾਰਨ ਉਹ ਆਪਣੇ ਆਪ ਨੂੰ ਸਮਝ ਰਹੀ ਹੋਵੇ, ਇੰਨਾ ਡਰ ਰਹੀ ਸੀ ਉਹ। She has only gone to her brother at Nurpur and will be back in a few days। ਉਹ ਆਪਣੇ ਭਰਾ ਕੋਲ ਥੋੜੇ ਦਿਨਾਂ ਵਾਸਤੇ ਗਈ ਹੈ ਤੇ ਉਹ ਥੋੜੇ ਦਿਨਾਂ ਬਾਅਦ ਵਾਪਸ ਆ ਜਾਏਗੀ। ਬਾਹ, he flung back at her, opening the door। ਆਪਣਾ ਘਰ ਦਾ ਦਰਵਾਜ਼ਾ ਖੋਲਦਾ ਰਹੀਮ ਖਾਨ। He knew that his wife would never come back। ਉਹ ਜਾਣਦਾ ਸੀ ਕਿ ਉਸਦੀ ਵਾਈਫ, ਉਸਦੀ ਪਤਨੀ ਹੁਣ ਵਾਪਸ ਨਹੀਂ ਆਏਗੀ। Seething with inward wrath, he entered the dark hut and sat down on the charpai। ਹੁਣ ਅੰਦਰ ਹਨੇਰੀ ਝੌਂਪੜੀ ਦੇ ਅੰਦਰ ਉਹ ਦਾਖਲ ਹੋ ਗਿਆ ਤੇ ਜਿਹੜੀ ਅੰਦਰ ਮੰਜੀ ਪਈ ਹੋਈ ਸੀ ਚਾਰਪਾਈ, ਉਹਦੇ ਉੱਪਰ ਬੈਠ ਗਿਆ। A cat mewed in a corner। ਇੱਕ ਨੁੱਕਰ ਦੇ ਵਿੱਚ ਬਿੱਲੀ ਬੋਲੀ। Finding no one else on whom to vent his anger, he flung it out, slamming the door with violence। ਹੁਣ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਜਿਹਦੇ ਉੱਤੇ ਉਹ ਆਪਣਾ ਗੁੱਸਾ ਕੱਢਦਾ, ਸਿਵਾਏ ਇਸ ਬਿੱਲੀ ਤੇ। ਉਸ ਬਿੱਲੀ ਨੂੰ ਗੁੱਸੇ ਦੇ ਨਾਲ ਇਹਨੇ ਚੱਕ ਕੇ ਬਾਹਰ ਮਾਰਿਆ ਤੇ ਉਹਦੇ ਪਿੱਛੇ ਬੜੀ ਜ਼ੋਰ ਦੇ ਨਾਲ ਦਰਵਾਜ਼ਾ ਬੰਦ ਕਰ ਲਿਆ।
There was no one to give him water, to wash his dust-laden feet and hands. ਹੁਣ ਘਰ ਦੇ ਵਿੱਚ ਕੋਈ ਨਹੀਂ ਸੀ ਜਿਹੜਾ ਕਿ ਉਹਨੂੰ ਪਾਣੀ ਦਿੰਦਾ, ਉਸਦੇ ਹੱਥਾਂ ਪੈਰਾਂ ਨੂੰ ਜਿਹੜੇ ਕਿ ਮਿੱਟੀ ਨਾਲ ਲਿਬੜੇ ਹੋਏ ਸੀ, ਡਸਟ ਮਿੱਟੀ ਕੱਟੇ ਨਾਲ ਲਿਬੜੇ ਹੋਏ ਸੀ, ਉਹਨਾਂ ਨੂੰ ਧੋਂਦਾ। No one to give him supper, ਕੋਈ ਉਸਨੂੰ ਖਾਣਾ ਦੇਣ ਵਾਲਾ ਨਹੀਂ ਸੀ। No one whom he could curse and beat, ਤੇ ਕੋਈ ਨਹੀਂ ਸੀ ਕਿ ਜਿਸ ਨੂੰ ਉਹ ਗਾਲਾਂ ਕੱਢ ਸਕਦਾ ਜਾਂ ਮਾਰ ਸਕਦਾ, ਕੁੱਟ ਸਕਦਾ। ਰਹੀਮ ਖਾਨ felt uncomfortable and unhappy. ਰਹੀਮ ਖਾਨ ਬੜਾ ਆਪਣੇ ਆਪ ਨੂੰ ਬੇਆਰਾਮ ਤੇ ਉਦਾਸ ਮਹਿਸੂਸ ਕਰਨ ਲੱਗਿਆ। He had always been angry with his wife when she was there. ਉਹਦੀ ਵਾਈਫ ਜਦੋਂ ਉਸਦੀ ਪਤਨੀ ਉਸਦੇ ਕੋਲ ਸੀ ਤਾਂ ਹਮੇਸ਼ਾ ਉਸਦੇ ਨਾਲ ਗੁੱਸੇ ਹੁੰਦਾ ਰਹਿੰਦਾ ਸੀ। But her absence angered him still more. ਲੇਕਿਨ ਉਸਦੀ ਗੈਰ ਹਾਜ਼ਰੀ ਨਾਲ ਉਸਨੂੰ ਹੋਰ ਜ਼ਿਆਦਾ ਗੁੱਸਾ ਚੜ ਰਿਹਾ ਸੀ। So she is gone, he mused, lying down on the cot, having decided to go to sleep without his food. ਹੁਣ ਆਪਣੇ ਆਪ 'ਚ ਉਹ ਬੁੜਬੜਾਇਆ, ਕਹਿੰਦਾ ਫਿਰ ਉਹ ਚਲੀ ਗਈ ਹੈ। ਨਾਲ ਲੰਮੇ ਪੈ ਗਿਆ ਆਪਣੀ ਮੰਜੀ ਤੇ ਫੈਸਲਾ ਕੀਤਾ ਕਿ ਅੱਜ ਉਹ ਖਾਣਾ ਨਹੀਂ ਖਾਏਗਾ, ਖਾਣਾ ਖਾਏ ਬਿਨਾਂ ਹੀ ਸੌ ਜਾਏਗਾ। During the 30 years of their married life, ਉਹਨਾਂ ਦੀ ਵਿਆਹੁਤਾ ਜ਼ਿੰਦਗੀ ਦੇ 30 ਸਾਲਾਂ ਦੇ ਵਿੱਚ he had always felt, ਉਸਨੇ ਹਮੇਸ਼ਾ ਇਹ ਮਹਿਸੂਸ ਕੀਤਾ that she would leave him one day, and at one time he had even hoped she would. ਹਮੇਸ਼ਾ ਉਹਨੇ ਇਹ ਮਹਿਸੂਸ ਕੀਤਾ ਆਪਣੇ 30 ਸਾਲਾਂ ਦੀ ਵਿਆਹੁਤਾ ਜ਼ਿੰਦਗੀ ਦੇ ਵਿੱਚ ਕਿ ਉਹ ਇੱਕ ਨਾ ਇੱਕ ਦਿਨ ਉਸਨੂੰ ਛੱਡ ਕੇ ਚਲੀ ਜਾਏਗੀ, ਤੇ ਇੱਕ ਸਮੇਂ ਤਾਂ ਉਸਨੇ ਵਾਕਈ ਆਸ ਕਰ ਲਈ ਸੀ ਕਿ ਉਹ ਚਲੀ ਜਾਏਗੀ। 6 years ago, 6 ਸਾਲ ਪਹਿਲਾਂ, his eldest son Bundu had run away from home. ਉਸਦਾ ਵੱਡਾ ਪੁੱਤਰ ਬੰਦੂ ਜਿਹਦਾ ਨਾਮ ਸੀ, ਉਹ ਘਰੋਂ ਭੱਜ ਗਿਆ ਸੀ because of a more than usually severe beating, ਕਿਉਂਕਿ ਉਸਨੂੰ ਬਹੁਤ ਜ਼ਿਆਦਾ ਕੁੱਟ ਪੈਂਦੀ ਸੀ। 3 years later, the younger one Nuru joined his brother's house. ਤੇ ਉਸ ਤੋਂ 3 ਸਾਲ ਬਾਅਦ ਛੋਟਾ ਲੜਕਾ ਨੂਰੂ ਉਹ ਵੀ ਆਪਣੇ ਭਰਾ ਦੇ ਘਰ ਰਹਿਣ ਲਈ ਚਲਾ ਗਿਆ। Since that day, ਉਸ ਦਿਨ ਤੋਂ ਰਹੀਮ ਖਾਨ felt sure his wife too would run away to her brothers. ਤੇ ਉਸੇ ਦਿਨ ਤੋਂ ਹੀ ਰਹੀਮ ਖਾਨ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ, ਪੱਕਾ ਯਕੀਨ ਸੀ ਕਿ ਉਸਦੀ ਪਤਨੀ ਜਿਹੜੀ ਹੈ ਉਹ ਵੀ ਆਪਣੇ ਭਰਾ ਦੇ ਘਰ ਰਹਿਣ ਲਈ ਚਲੀ ਜਾਏਗੀ। But now that she had gone, he felt unhappy, not sorry. ਲੇਕਿਨ ਹੁਣ ਜਦੋਂ ਉਹ ਚਲੀ ਗਈ ਹੈ ਤਾਂ ਅੱਜ ਉਹ ਉਦਾਸ ਹੋ ਗਿਆ, ਉਸਨੂੰ ਅਫਸੋਸ ਨਹੀਂ ਹੈ। No, for he had never loved his wife, ਕਿਉਂਕਿ ਉਸਨੇ ਆਪਣੀ ਪਤਨੀ ਨੂੰ ਕਦੀ ਪਿਆਰ ਕੀਤਾ ਹੀ ਨਹੀਂ ਸੀ। But only uncomfortable, ਲੇਕਿਨ ਬੇਆਰਾਮ ਸੀ। As if a necessary piece of furniture had been removed. ਇਸ ਤਰ੍ਹਾਂ ਬੇਆਰਾਮ ਸੀ ਜਿਸ ਤਰ੍ਹਾਂ ਘਰ ਦੇ ਵਿੱਚੋਂ ਕੋਈ ਜ਼ਰੂਰੀ ਫਰਨੀਚਰ ਹੈ ਜਿਹੜਾ ਕਿ ਹੁਣ ਉੱਥੇ ਨਹੀਂ ਹੈ ਤੇ ਉਹ ਬੇਆਰਾਮ ਹੋ ਗਿਆ ਉਹਦੇ ਉੱਥੇ ਨਾ ਹੋਣ ਕਰਕੇ। With her gone, on whom could he shower the embittered hurt? ਉਸਦੇ ਜਾਣ ਦੇ ਨਾਲ ਉਹ ਆਪਣੇ ਦਿਲ ਦੀ ਕੁੜੱਤਣ ਨੂੰ ਕਿਸ ਦੇ ਉੱਪਰ ਵਰਾਏਗਾ, ਕਿਸ ਦੇ ਉੱਪਰ ਬਰਸਾਏਗਾ। For 30 years, his wife had been both a symbol and target of all his grievances against family, against society, against life. 30 ਸਾਲਾਂ ਤੋਂ ਉਸਦੀ ਪਤਨੀ ਰਹੀਮ ਖਾਨ ਦੇ ਮਨ ਵਿੱਚ ਜਿਹੜਾ ਗੁੱਸਾ ਸੀ ਆਪਣੇ ਪਰਿਵਾਰ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਆਪਣੀ ਲਾਈਫ ਦੇ ਪ੍ਰਤੀ ਜਿਹੜੇ ਉਹਦੇ ਮਨ ਵਿੱਚ ਗਿਲੇ ਸ਼ਿਕਵੇ ਸਨ, grievances, ਗਿਲੇ ਸ਼ਿਕਵੇ, ਹਮੇਸ਼ਾ ਉਸਦੀ ਪਤਨੀ ਉਹਨਾਂ ਸਾਰਿਆਂ ਦਾ ਨਿਸ਼ਾਨਾ ਬਣਦੀ ਰਹੀ ਤੇ ਉਹ ਚਿੰਨ੍ਹ ਬਣ ਕੇ ਰਹਿ ਗਈ ਸੀ ਕਿ ਉਹ ਆਪਣੀ ਭੜਾਸ, ਆਪਣਾ ਗੁੱਸਾ ਉਸ ਤੇ ਕੱਢੇ। As a youth, ਹੁਣ ਬੱਚਿਓ ਇਸ ਤੋਂ ਬਾਅਦ ਵਿੱਚ ਰਹੀਮ ਖਾਨ ਦੀ ਪਹਿਲੀ ਜ਼ਿੰਦਗੀ ਬਾਰੇ ਗੱਲ ਸ਼ੁਰੂ ਹੋਣ ਜਾ ਰਹੀ ਹੈ ਕਿ ਉਹ ਪਹਿਲਾਂ ਕਿਸ ਤਰ੍ਹਾਂ ਦਾ ਸੀ। As a youth, there had been none in the village to beat him in the feats of athletic skills, in wrestling, in kabaddi, in diving from the canal bridge. ਜਵਾਨੀ ਦੇ ਵਿੱਚ ਪਿੰਡ ਵਿੱਚ ਕੋਈ ਉਸਦਾ ਸਾਨੀ ਨਹੀਂ ਸੀ ਖੇਡਾਂ ਦੇ ਖੇਤਰ ਦੇ ਵਿੱਚ, ਭਾਵੇਂ ਉਹ ਐਥਲੈਟਿਕਸ ਹੋਣ, ਭਾਵੇਂ ਉਹ ਕੁਸ਼ਤੀ ਦੇ ਮੁਕਾਬਲੇ, ਕਬੱਡੀ ਦੇ ਮੁਕਾਬਲੇ ਹੋਣ, ਜਾਂ ਫਿਰ ਜਿਹੜਾ ਨਹਿਰ ਦੇ ਉੱਤੇ ਪੁੱਲ ਸੀ ਉੱਥੋਂ ਨਹਿਰ ਦੇ ਵਿੱਚ ਛਾਲ ਮਾਰਨ ਦੇ ਮੁਕਾਬਲੇ ਸੀ। ਕਿਸੇ ਮੁਕਾਬਲੇ ਵਿੱਚ ਪਿੰਡ ਦਾ ਕੋਈ ਵਿਅਕਤੀ ਉਸਦੇ ਸਾਹਮਣੇ ਖੜਦਾ ਨਹੀਂ ਸੀ। He had loved a girl and wanted to join a touring circus which happened to pass through the village. ਹੁਣ ਉਸਦੀਆਂ 2 ਇੱਛਾਵਾਂ ਸਨ, ਇੱਕ ਤਾਂ ਉਹ ਇੱਕ ਲੜਕੀ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਦੂਸਰਾ ਇੱਕ ਟੂਰਿੰਗ ਸਰਕਸ ਸੀਗੀ ਜਿਹੜੀ ਉਹਨਾਂ ਦੇ ਪਿੰਡ ਵਿੱਚ ਆਈ ਸੀ ਤੇ ਉਹਦੇ ਨਾਲ ਜਾਣਾ ਚਾਹੁੰਦਾ ਸੀ। In circus, he had felt lay the key to his ambitions, a career after his own heart, travel, fame.
ਸਰਕਸ ਵਿੱਚ ਉਹ ਕਿਉਂ ਜਾਣਾ ਚਾਹੁੰਦਾ ਸੀ? ਕਿਉਂਕਿ ਉਹਨੂੰ ਲੱਗਦਾ ਸੀ ਕਿ ਉਹਦੀਆਂ ਜਿਹੜੀਆਂ ਇੱਛਾਵਾਂ ਨੇ, ਐਂਬੀਸ਼ਨਸ ਨੇ, ਇੱਕ ਜਿਹੜਾ ਉਹ ਕਿੱਤਾ ਹੈ, ਕੈਰੀਅਰ ਹੈ, ਜਿਹੜਾ ਕਿ ਉਹਦੇ ਦਿਲ ਦੇ ਬਹੁਤ ਨੇੜੇ ਹੈ। ਉਹ ਕੀ ਚਾਹੁੰਦਾ ਸੀ ਆਪਣਾ, ਉਸਦਾ ਕਿੱਤਾ ਕਿਸ ਤਰ੍ਹਾਂ ਦਾ ਹੋਵੇ, ਜਿਹਦੇ ਵਿੱਚ ਟਰੈਵਲ ਹੋਵੇ, ਮਤਲਬ ਕਾਫੀ ਸਫ਼ਰ ਕਰਨਾ ਹੁੰਦਾ ਹੋਵੇ, ਤੇ ਇਹ ਫੇਮ ਹੋਵੇ, ਪ੍ਰਸਿੱਧੀ ਹੋਵੇ। ਫੇਮ ਦਾ ਮਤਲਬ ਪ੍ਰਸਿੱਧੀ। ਐਂਡ ਇਨ ਰਾਧਾ, ਤੇ ਰਾਧਾ ਦੇ ਵਿੱਚ ਦ ਡਾਟਰ ਆਫ ਰਾਮ ਚਰਨ, ਜਿਹੜੀ ਕਿ ਰਾਮ ਚਰਨ ਦੀ ਬੇਟੀ ਸੀ, ਪਿੰਡ ਦੇ ਬਾਣੀਏ ਦੀ, ਹੀ ਥੋਟ ਹੀ ਹੈਡ ਫਾਊਂਡ ਹਿਜ਼ ਸੋਲਮੇਟ। ਤਾਂ ਉਸਨੂੰ ਇੰਜ ਲੱਗਿਆ ਕਿ ਉਸਨੂੰ ਆਪਣਾ ਰੂਹ ਦਾ ਸਾਥੀ ਮਿਲ ਗਿਆ ਹੋਵੇ। ਹੀ ਹੈਡ ਫਰਸਟ ਨੋਟਿਸਡ ਹਰ ਵਾਚਿੰਗ ਹਿਮ ਐਟ ਅ ਰੈਸਲਿੰਗ ਮੈਚ। ਪਹਿਲੀ ਵਾਰੀ ਉਸਨੂੰ ਨੋਟਿਸ ਉਦੋਂ ਕੀਤਾ ਜਦੋਂ ਕੁਸ਼ਤੀ ਦਾ ਮੈਚ ਚੱਲ ਰਿਹਾ ਸੀ ਤੇ ਉਹ ਉਸਨੂੰ ਦੇਖ ਰਹੀ ਸੀ। ਐਂਡ ਇਟ ਹੈਡ ਬੀਨ ਦ ਗ੍ਰੇਟੈਸਟ ਮੂਮੈਂਟ ਆਫ ਹਿਜ਼ ਲਾਈਫ ਵੈਨ ਸਟੈਂਡਿੰਗ ਅਪ ਆਫਟਰ ਵੈਂਕੁਸ਼ਿੰਗ his adversary, he had found Radha looking at him with the light of love in her eyes। ਤੇ ਸਭ ਤੋਂ ਵੱਡਾ ਪਲ ਉਹਦੀ ਜ਼ਿੰਦਗੀ ਦੇ ਵਿੱਚ ਉਹ ਸੀ ਜਦੋਂ ਕਿ ਉਹ ਮੈਚ ਨੂੰ ਜਿੱਤ ਕੇ ਖੜਾ ਹੋਇਆ ਤੇ ਉਸ ਵੇਲੇ ਰਾਧਾ ਬੜੇ ਪਿਆਰ ਦੀ ਰੋਸ਼ਨੀ ਦੇ ਨਾਲ ਉਹਦੇ ਵੱਲ ਦੇਖ ਰਹੀ ਸੀ। After that, there had been a few brief and furtive meetings। ਉਸ ਤੋਂ ਬਾਅਦ ਵਿੱਚ ਕੁਝ ਛੋਟੀਆਂ ਔਰ ਸੀਕ੍ਰੇਟ, ਲੁਕ ਛਿਪ ਕੇ ਉਹਨਾਂ ਦੀਆਂ ਮੀਟਿੰਗਸ ਹੋਈਆਂ। when the unlettered but romantic youth had declared his love in passionate though halting words। ਥੋੜੀਆਂ ਜੀਆਂ ਲੁਕੀਆਂ ਛਿਪੀਆਂ ਮੀਟਿੰਗਸ ਤੋਂ ਬਾਅਦ ਉਹਨਾਂ ਨੇ ਪਿਆਰ ਦਾ ਜ਼ਿਕਰ ਸੀਗਾ ਕੁਝ ਝਿਜਕਦੇ ਹੋਏ ਜ਼ਿਕਰ ਕਰ ਦਿੱਤਾ। but his parents had killed both his ambitions। ਲੇਕਿਨ ਹੋਇਆ ਕਿ ਉਸਦੇ ਪੇਰੈਂਟਸ ਨੇ, ਉਸਦੇ ਮਾਤਾ ਪਿਤਾ ਨੇ ਉਸਦੀਆਂ ਦੋਨੋਂ ਇੱਛਾਵਾਂ ਨੂੰ ਮਾਰ ਦਿੱਤਾ, ਕਿਲ ਕਰ ਦਿੱਤਾ। ਸਰਕਸ ਵਰਕ was too lowly and immoral for a respectable peasant। ਉਹਦੇ ਪੇਰੈਂਟਸ ਇਹ ਸੋਚਦੇ ਸੀ ਕਿ ਸਰਕਸ ਦਾ ਕੰਮ ਉਹਨਾਂ ਦੇ ਇੱਕ ਇੱਜ਼ਤਦਾਰ ਕਿਸਾਨ ਫੈਮਿਲੀ ਦੇ ਵਾਸਤੇ ਜਿਹੜਾ ਇੱਜ਼ਤਦਾਰ ਕੰਮ ਨਹੀਂ ਹੈ ਸਰਕਸ ਦੇ ਵਿੱਚ ਜਾਣਾ। immoral ਹੈ, ਮਤਲਬ ਨੈਤਿਕ ਤੌਰ ਤੇ ਠੀਕ ਨਹੀਂ ਹੈ। Anyway, his father, grandfather and all his ancestors had tilled the land। ਕਿਉਂਕਿ ਉਸਦੇ ਪਿਤਾ, ਉਸਦੇ ਦਾਦੇ ਤੇ ਉਸਦੇ ਪੂਰਵਜ ਸੀਗੇ, ਉਹਨਾਂ ਨੇ ਜ਼ਮੀਨ ਦੇ ਵਿੱਚ ਖੇਤੀ ਕੀਤੀ ਸੀ। so he too had to do it। ਤੇ ਇਸ ਕਰਕੇ ਉਸਨੂੰ ਵੀ ਇਹੀ ਕੰਮ ਕਰਨਾ ਪੈਣਾ ਸੀ। as for marrying Radha, a Hindu, a kafir, the very idea was infamous and irreligious। ਤੇ ਜਿੱਥੋਂ ਤੱਕ ਰਾਧਾ ਨਾਲ ਸ਼ਾਦੀ ਦੀ ਗੱਲ ਸੀ, ਉਹ ਹਿੰਦੂ ਲੜਕੀ ਸੀ ਤੇ ਮੁਸਲਮਾਨ ਵਾਸਤੇ ਇੱਕ ਕਾਫਿਰ ਸੀ। ਤੇ ਇਹ ਜਿਹੜਾ ਇੱਕ ਵਿਆਹ ਦਾ ਆਈਡੀਆ ਜਿਹੜਾ ਸੀ, ਵਿਚਾਰ ਸੀ, ਉਹ ਵੀ ਧਾਰਮਿਕ ਤੌਰ ਤੇ ਠੀਕ ਨਹੀਂ ਸੀ। for some time Rahim Khan bit youthful resentment। ਤਾਂ ਕੁਛ ਦੇਰ ਵਾਸਤੇ ਇਸ ਤੋਂ ਬਾਅਦ ਰਹੀਮ ਖਾਨ ਨੇ ਕੁਛ ਵਿਰੋਧ ਕੀਤਾ। toyed with the idea of open rebellion। ਫਿਰ ਖੁੱਲ੍ਹੇ ਤੌਰ ਤੇ ਬਗਾਵਤ ਕਰਨ ਦਾ ਵਿਚਾਰ ਉਹਦੇ ਮਨ ਵਿੱਚ ਆਇਆ। but the tradition of centuries of serfdom ran in blood। ਲੇਕਿਨ ਰਹੀਮ ਖਾਨ ਆਖਿਰ ਹੈਗਾ ਤਾਂ ਉਹਨਾਂ ਜ਼ਿਮੀਂਦਾਰਾਂ ਦਾ ਬੱਚਾ ਸੀ, ਜ਼ਿਮੀਂਦਾਰਾਂ ਦਾ ਲੜਕਾ ਸੀ, ਜਿਹਦੇ ਵਿੱਚ ਕਿ ਸਦੀਆਂ ਪੁਰਾਣੀ ਰੀਤੀ ਰਿਵਾਜ ਜਿਹੜਾ ਉਸਦੇ ਖੂਨ ਵਿੱਚ ਵੀ ਦੌੜ ਰਹੇ ਸਨ। and however indignant he might have felt at his father's severity। ਭਾਵੇਂ ਕਿ ਉਹਦੇ ਪਿਤਾ ਦੀ ਜਿਹੜੀ ਸਖਤੀ ਸੀ ਉਹਦੇ ਪ੍ਰਤੀ ਉਹ ਜਿੰਨਾ ਮਰਜ਼ੀ ਵਿਰੋਧ ਕਰੇ, ਪਰ ਫਿਰ ਵੀ ਉਹ ਰੀਤੀ ਰਿਵਾਜਾਂ ਵਿੱਚ ਬੱਝਾ ਹੋਇਆ ਸੀ। he could not summon up enough courage to defy paternal authority and social traditions। ਉਹਦੇ ਵਿੱਚ ਇੰਨਾ ਹਿੰਮਤ, ਇੰਨਾ ਹੌਸਲਾ ਨਹੀਂ ਸੀ ਕਿ ਆਪਣੇ ਪਿਤਾ ਦੀ ਜਿਹੜੀ ਅਥਾਰਟੀ ਸੀ, ਹੁਕਮ ਸੀ, ਜਾਂ ਫਿਰ ਸਮਾਜਿਕ ਬੰਦਿਸ਼ਾਂ ਸਨ, ਰੀਤੀ ਰਿਵਾਜ ਸਨ, ਉਹਨਾਂ ਦਾ ਉਹ ਵਿਰੋਧ ਕਰ ਸਕੇ, ਉਹਨਾਂ ਨੂੰ ਮਨਾ ਕਰ ਸਕੇ। After a few days, the circus left the village without Rahim Khan। ਕੁਝ ਦਿਨਾਂ ਬਾਅਦ ਸਰਕਸ ਜਿਹੜੀ ਸੀ ਉਹ ਰਹੀਮ ਖਾਨ ਨੂੰ ਨਾਲ ਲਏ ਬਿਨਾਂ ਪਿੰਡ ਛੱਡ ਕੇ ਚਲੀ ਗਈ। and a furtive romance with Radha too came to an abrupt end। ਤੇ ਰਹੀਮ ਖਾਨ ਦਾ ਜਿਹੜਾ ਰਾਧਾ ਨਾਲ ਲੁਕਿਆ ਛੁਪਿਆ ਪਿਆਰ ਸੀ ਉਹ ਵੀ ਇੱਕਦਮ ਖਤਮ ਹੋ ਗਿਆ, ਐਂਡ ਹੋ ਗਿਆ। ਰਹੀਮ ਖਾਨ's father slyly suggested to Ram Charan that his daughter was now 15। ਰਹੀਮ ਖਾਨ ਦੇ ਪਿਤਾ ਨੇ ਰਾਮ ਚਰਨ, ਜਿਹੜਾ ਕਿ ਰਾਧਾ ਦਾ ਪਿਤਾ ਸੀ, ਉਸਨੂੰ ਜਾ ਕੇ ਸਲਾਹ ਦਿੱਤੀ ਕਿ ਬੇਟੀ ਹੁਣ 15 ਸਾਲ ਦੀ ਹੋ ਗਈ ਹੈ and ought to have been married long ago। ਕਾਫੀ ਪਹਿਲਾਂ ਦੀ ਉਸਦੀ ਸ਼ਾਦੀ ਕਰ ਦੇਣੀ ਚਾਹੀਦੀ ਸੀ। not failing to hint at the disastrous consequences of late marriages। ਤੇ ਨਾਲ ਹੀ ਉਸ ਲੜਕੀ ਦੇ ਪਿਤਾ ਨੂੰ ਇਹ ਵੀ ਸਮਝਾਇਆ ਕਿ ਲੇਟ ਮੈਰਿਜ ਕਰਨ ਦੇ ਕੀ ਬੁਰੇ ਨਤੀਜੇ ਹੋ ਸਕਦੇ ਆ। within a few weeks Radha was married to Ram Lal।
ਤਾਂ ਇਹਨਾਂ ਸਾਰੀਆਂ ਗੱਲਾਂ ਦਾ ਅਸਰ ਜਿਹੜਾ ਸੀ ਰਾਮ ਚਰਨ 'ਤੇ ਹੋਣਾ ਹੀ ਸੀ। ਤਾਂ ਕੁਝ ਹਫ਼ਤਿਆਂ ਦੇ ਵਿੱਚ ਹੀ ਰਾਧਾ ਜਿਹੜੀ ਸੀ ਉਹ ਨੇਬਰਿੰਗ ਵਿਲੇਜ ਦੇ ਮੋਟੇ ਜਿਹੇ ਢਿੱਡ ਵਾਲਾ ਇੱਕ ਬਾਣੀਆ ਸੀ, ਮਿਡਲ ਏਜਡ ਅਧਖੜ ਉਮਰ ਦਾ, ਰਾਮ ਲਾਲ ਉਹਦਾ ਨਾਮ ਸੀ। ਉਸ ਦਾ ਰਾਧਾ ਦਾ ਵਿਆਹ ਉਸ ਦੇ ਨਾਲ ਕਰ ਦਿੱਤਾ ਗਿਆ। With a few sad tears shed in the solitude of the night in the memory of her hopeless romance with Rahim Khan, she quickly reconciled herself to her fate and proceeded forthwith to be a mother of half a dozen children. ਕੁਛ ਅਥਰੂ ਉਹਨੇ ਵਹਾਏ ਆਪਣੇ ਬੇਆਸ ਰਹੀਮ ਖਾਨ ਦੇ ਨਾਲ, ਜਿਹੜਾ ਉਹਦਾ ਨਿਰਾਸ਼ਾਜਨਕ ਪਿਆਰ ਸੀ, ਉਹਦੀ ਯਾਦ ਦੇ ਵਿੱਚ ਰਾਤ ਨੂੰ ਬੈਠ ਕੇ ਉਸਨੇ ਕੁਛ ਅਥਰੂ ਵਹਾਏ ਤੇ ਫਿਰ ਜਲਦੀ ਹੀ ਨਾਲ ਸਮਝੌਤਾ ਕਰ ਲਿਆ, ਰੀਕਨਸਾਈਲਡ ਸਮਝੌਤਾ ਕਰ ਲਿਆ ਆਪਣੀ ਕਿਸਮਤ ਦੇ ਨਾਲ, ਫੇਟ ਦੇ ਨਾਲ, ਤੇ ਅੱਧੀ ਦਰਜਨ ਬੱਚਿਆਂ ਦੀ ਮਾਂ ਬਣ ਗਈ। ਰਹੀਮ ਖਾਨ ਆਲਸੋ ਗੋਟ ਮੈਰਿਡ, ਰਹੀਮ ਖਾਨ ਦੀ ਵੀ ਸ਼ਾਦੀ ਹੋ ਗਈ। ਹੀ ਹੈਡ ਆਫ ਕੋਰਸ ਨੋ ਚੋਇਸ ਇਨ ਦਿਸ ਮੈਟਰ, ਇਸ ਮਸਲੇ ਦੇ ਵਿੱਚ ਯਕੀਨਨ ਤੌਰ ਤੇ ਉਸਦੀ ਆਪਣੀ ਇੱਛਾ ਕੋਈ ਨਹੀਂ ਸੀ। ਹਿਸ ਪੇਰੈਂਟਸ ਸਿਲੈਕਟਡ ਦ ਗਰਲ, ਉਹਦੇ ਪੇਰੈਂਟਸ ਨੇ ਇੱਕ ਲੜਕੀ ਚੁਣੀ। ਫਿਕਸ ਦ ਡੇਟ, ਆਰਡਰਡ ਸਮ ਗੌਡੀ ਕਲੋਥਸ ਫॉर him and some ornaments for his bride, ਸ਼ਾਨਦਾਰ ਕੱਪੜੇ ਉਸਦੇ ਵਾਸਤੇ ਲਿਆਂਦੇ ਗਏ ਤੇ ਦੁਲਹਨ ਵਾਸਤੇ ਕੁਛ ਚਾਂਦੀ ਦੇ ਗਹਿਣੇ ਬਣਾਏ ਗਏ। ਐਂਡ ਮੇਡ ਹਿਮ ਸਿਟ ਔਨ ਅ ਹਾਰਸ, ਘੋੜੇ ਤੇ ਬਿਠਾਇਆ ਗਿਆ। ਟੂ ਦ ਬੀਟ ਆਫ ਬ੍ਰਾਸ ਬੈਂਡ ਵਾਜਿਆਂ ਦੀ ਧੁਨ ਦੇ ਨਾਲ। took him to the girl's house where the nikah was duly performed, ਉਸਨੂੰ ਲੜਕੀ ਦੇ ਘਰ ਲੈ ਗਏ ਜਿੱਥੇ ਕਿ ਨਿਕਾਹ ਜਿਹੜਾ ਉਹ ਪੜ੍ਹ ਦਿੱਤਾ ਗਿਆ। To the Qazi's formal questions, ਕਾਜ਼ੀ ਦੇ ਜਿਹੜੇ ਉਹ ਫਾਰਮਲ ਰਸਮੀ ਜੇ ਕੁਐਸਚਨਸ ਹੁੰਦੇ ਨੇ, ਪ੍ਰਸ਼ਨ ਹੁੰਦੇ ਆ, ਰਹੀਮ ਖਾਨ ਮਕੈਨੀਕਲੀ ਨੋਡਡ ਹਿਸ ਹੈਡ, ਰਹੀਮ ਖਾਨ ਨੇ ਬੜੇ ਇੱਕ ਮਸ਼ੀਨ ਬਣ ਕੇ ਉਹਨਾਂ ਦਾ ਆਨਸਰ ਦਿੱਤਾ, ਸਿਰ ਆਪਣਾ ਹਿਲਾ ਦਿੱਤਾ। ਐਨੀ ਅਦਰ ਕੋਰਸ ਵਾਜ਼ ਇੰਪੋਸੀਬਲ, ਕੁਛ ਹੋਰ ਕਰਨਾ ਹੁਣ ਸੰਭਵ ਹੀ ਨਹੀਂ ਸੀ। Nobody, of course, cared to ask the shy little girl who sat huddled in a dark room, only dimly conscious of the fate to which she had been condemned. ਤੇ ਯਕੀਨਨ ਤੌਰ ਤੇ ਉਹ ਜਿਹੜੀ ਛੋਟੀ ਜੀ ਸ਼ਰਮਾਕਲ ਜੀ ਲੜਕੀ ਇੱਕ ਨੁੱਕਰ ਦੇ ਵਿੱਚ ਹਨੇਰੇ ਕਮਰੇ ਦੇ ਵਿੱਚ ਇਕੱਠੀ ਮੁੱਠੀ ਹੋ ਕੇ ਬੈਠੀ ਹੋਈ ਸੀ, ਕਿਸੇ ਨੇ ਲੋੜ ਹੀ ਨਾ ਸਮਝੀ ਕਿ ਉਸਨੂੰ ਵੀ ਕੁਝ ਪੁੱਛ ਲਿਆ ਜਾਵੇ, ਜਿਸ ਨੂੰ ਕਿ ਆਪਣੀ ਆਉਣ ਵਾਲੀ ਕਿਸਮਤ ਦਾ ਬਾਰੇ ਵਿੱਚ ਕੋਈ ਪਤਾ ਨਹੀਂ ਸੀ, ਉਹਦੇ ਬਾਰੇ ਸੁਚੇਤ ਨਹੀਂ ਸੀ ਕਿ ਉਸਦੇ ਆਉਣ ਵਾਲੇ ਭਵਿੱਖ ਦੇ ਵਿੱਚ ਉਹਦੇ ਨਾਲ ਕੀ ਹੋਣ ਜਾ ਰਿਹਾ। After the ceremony, ਇਸ ਸੈਰੇਮਨੀ ਤੋਂ, ਰਸਮ ਤੋਂ ਬਾਅਦ 'ਚ, ਰਹੀਮ ਖਾਨ's father, in a mood of self-congratulations, boasted to his wife, ਸ਼ਾਦੀ ਤੋਂ ਬਾਅਦ 'ਚ, ਰਸਮ ਤੋਂ ਬਾਅਦ ਵਿੱਚ ਰਹੀਮ ਖਾਨ ਦਾ ਪਿਤਾ ਜਿਵੇਂ ਆਪਣੇ ਆਪ ਨੂੰ ਵਧਾਈ ਦੇ ਰਹੇ ਹੋਣ, ਫੜਾ ਮਾਰਨ ਲੱਗੇ ਆਪਣੀ ਪਤਨੀ ਦੇ ਅੱਗੇ। ਸੀ ਹਾਊ ਮੀਕਲੀ ਹੀ ਓਬੇਡ ਮੀ, ਦੇਖ ਕਿੰਨਾ ਕਮਜ਼ੋਰ ਬਣ ਕੇ ਉਹਨੇ ਮੇਰਾ ਕਹਿਣਾ ਮੰਨ ਲਿਆ। ਯੂ ਆਲਵੇਜ਼ ਫੀਅਰਡ ਹੀ ਮਾਈਟ ਰਿਫਿਊਜ਼ ਟੂ ਫਾਲ ਇਨ ਆਵਰ ਅਰੇਂਜਮੈਂਟਸ, ਤੂੰ ਹਮੇਸ਼ਾ ਡਰਦੀ ਸੀ ਕਿ ਸਾਡੇ ਜਿਹੜੇ ਅਸੀਂ ਪ੍ਰਬੰਧ ਕਰ ਰਹੇ ਹਾਂ ਵਿੱਚੇ ਧਰੇ ਧਰਾਏ ਰਹਿ ਜਾਣੇ ਆ ਤੇ ਉਹਨੇ ਸਾਡਾ ਕਹਿਣਾ ਮੰਨਣਾ ਨਹੀਂ। ਆਈ ਨੋ ਦੀਸ ਯੰਗਸਟਰਸ, ਮੈਂ ਇਹਨਾਂ ਜਵਾਨਾਂ ਨੂੰ ਜਾਣਦਾ। ਦੇ ਆਰ ਐਪਟ ਟੂ ਬੀ ਰੈਸਟਲੈਸ ਇਫ ਦੇਅਰ ਮੈਰਿਜ ਇਜ਼ ਡਿਲੇਡ, ਇਹ ਜਦੋਂ ਇਹਨਾਂ ਦੀ ਸ਼ਾਦੀ ਦੇਰ ਨਾਲ ਕੀਤੀ ਜਾਵੇ ਨਾ ਤੇ ਫਿਰ ਇਹ ਬੇਆਰਾਮ ਹੋ ਜਾਂਦੇ ਆ। That's why our father believed in marrying away their children early, ਇਸੇ ਕਰਕੇ ਸਾਡੇ ਪਿਤਾ ਜੀ ਨੇ ਬੱਚਿਆਂ ਦੀ ਛੇਤੀ ਜਿਹੜੀ ਮੈਰਿਜ ਹੈ ਉਹ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਸੀ। Now he will be all right, ਹੁਣ ਦੇਖੀ ਉਹ ਵੀ ਠੀਕ ਹੋ ਜਾਏਗਾ। At that very moment, standing on the threshold of the room where his wife awaited him, much as a sheep awaits the butcher, Rahim Khan made a terrible resolve to avenge himself on his parents. ਉਸਨੇ ਉਸ ਵੇਲੇ ਫੈਸਲਾ ਲਿਆ ਸੀ ਕਿ ਉਹ ਆਪਣੀ ਸਾਰੀ ਇਸ ਫਰਸਟ੍ਰੇਸ਼ਨ ਜਿਹੜਾ ਹੈ ਉਹ ਆਪਣੀ ਪਤਨੀ ਦੇ ਉੱਤੇ ਹੀ ਕੱਢੇਗਾ। So let's move on further. That was 30 years ago. ਇਹ 30 ਸਾਲ ਪਹਿਲਾਂ ਦੀ ਗੱਲ ਸੀ। ਅੱਜ ਹੁਣ ਰਹੀਮ ਖਾਨ ਜਦੋਂ ਆਪਣੇ ਘਰ ਆਉਂਦਾ ਹੈ ਤਾਂ ਇੱਕ ਓਲਡ ਵੂਮਨ ਆਉਂਦੀ ਹੈ, ਉਸਦੇ ਕੋਲ ਕਹਿੰਦੀ ਹੈ ਕਿ ਤੇਰੀ ਪਤਨੀ ਆਪਣੇ ਭਰਾ ਕੋਲ ਰਹਿਣ ਲਈ ਚਲੀ ਗਈ ਹੈ। ਤਾਂ ਇਹ 30 ਸਾਲ ਪਹਿਲਾਂ ਦੀ ਗੱਲ ਸੀ। ਇਹ ਸਾਰਾ ਸੀਨ ਜਦੋਂ ਹੁਣ ਰਹੀਮ ਖਾਨ ਆਪਣੇ ਝੌਂਪੜੀ ਦੇ ਵਿੱਚ ਇਕੱਲਾ ਪਿਆ ਹੋਇਆ ਮੰਜੀ ਤੇ, ਉਹ ਸਾਰਾ ਸੀਨ ਉਹਦੀਆਂ ਅੱਖਾਂ ਦੇ ਅੱਗੋਂ ਨਿਕਲ ਜਾਂਦਾ ਹੈ ਕਿ ਕਿਵੇਂ ਕਿਵੇਂ ਉਹਦੇ ਨਾਲ ਹੋਇਆ। So Rahim Khan reflected as he lay there on his cot in the dark hut, ਆਪਣੀ ਹਨੇਰੀ ਝੌਂਪੜੀ ਦੇ ਵਿੱਚ ਮੰਜੀ ਤੇ ਲੰਮਾ ਪਿਆ ਹੋਇਆ, ਉਹ ਇਹ ਸਾਰਾ ਕੁਛ ਉਹਦੀਆਂ ਅੱਖਾਂ ਦੇ ਅੱਗੋਂ ਦੀ ਨਿਕਲ ਗਿਆ। And hadn't he had his revenge? ਕੀ ਉਸਨੇ ਆਪਣਾ ਬਦਲਾ ਲੈ ਨਹੀਂ ਸੀ ਲਿਆ? For 30 years he had ill-treated his wife.
30 ਸਾਲਾਂ ਤੱਕ ਉਸਨੇ ਆਪਣੀ ਪਤਨੀ ਨਾਲ ਦੁਰਵਿਹਾਰ ਕੀਤਾ। ਹਿਜ਼ ਚਿਲਡਰਨ ਐਂਡ ਹਿਜ਼ ਬੁਲਕਸ, ਆਪਣੇ ਬੱਚਿਆਂ ਨਾਲ ਦੁਰਵਿਹਾਰ ਕੀਤਾ, ਆਪਣੇ ਬਲਦਾਂ ਦੇ ਨਾਲ ਦੁਰਵਿਹਾਰ ਕੀਤਾ। ਕੁਆਰਲਡ ਵਿਦ ਐਵਰੀਵਨ ਇਨ ਦ ਵਿਲੇਜ, ਪਿੰਡ ਵਿੱਚ ਹਰੇਕ ਵਿਅਕਤੀ ਦੇ ਨਾਲ ਉਹ ਝਗੜਿਆ। ਐਂਡ ਮੇਡ ਹਿਮਸੈਲਫ ਦ ਮੋਸਟ ਹੇਟਡ ਪਰਸਨ ਇਨ ਦ ਹੋਲ ਕਮਿਊਨਿਟੀ, ਤੇ ਸਾਰੇ ਪਿੰਡ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਨਫ਼ਰਤ ਦਾ ਪਾਤਰ ਉਸਨੇ ਆਪਣੇ ਆਪ ਨੂੰ ਬਣਾ ਲਿਆ। The thought of being so universally detested gave him grim satisfaction. ਹੁਣ ਉਹ ਇੰਨਾ ਜ਼ਿਆਦਾ ਆਪਣੇ ਆਪ ਨੂੰ ਨਫ਼ਰਤ ਦਾ ਪਾਤਰ ਬਣਾ ਲਿਆ ਤਾਂ ਇਹ ਗੱਲ ਉਸਨੂੰ ਬਹੁਤ ਤਸੱਲੀ ਦਿੰਦੀ ਸੀ। No one in the village, of course, understood or tried to understand the reason for this strange transformation of the cheerful and kind young man into a beast that he had become. ਪਿੰਡ ਦੇ ਵਿੱਚੋਂ ਕਿਸੇ ਨੇ ਵੀ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਜਿਹੜਾ ਇੰਨਾ ਨਰਮ ਦਿਲ ਇਨਸਾਨ ਸੀ, ਇੰਨਾ ਖੁਸ਼ ਦਿਲ ਇਨਸਾਨ ਸੀ, ਦਿਆਲੂ ਇਨਸਾਨ ਸੀ, ਉਹ ਇੱਕਦਮ ਇਸ ਸਖਤ ਦਿਲ ਜਾਨਵਰ ਦੇ ਵਿੱਚ ਕਿਸ ਤਰ੍ਹਾਂ ਤਬਦੀਲ ਹੋ ਗਿਆ। At first, their attitude towards him was one of astonishing hostility. ਪਹਿਲਾਂ ਤਾਂ ਜਦੋਂ ਉਹਨਾਂ ਨੇ ਉਹ ਰਹੀਮ ਖਾਨ ਦੇ ਵਿੱਚ ਚੇਂਜ ਦੇਖੀ, ਤਬਦੀਲੀ ਦੇਖੀ, ਤਾਂ ਉਹਨਾਂ ਨੇ ਇੱਕ ਇਸ ਤਰ੍ਹਾਂ ਹੀ ਲਿਆ ਕਿ ਚੱਲ ਆਪੇ ਹੋ ਜਾਏਗਾ ਠੀਕ। ਬਟ ਲੇਟਰ ਇਟ ਚੇਂਜਡ ਇਨਟੂ ਇਨਡਿਫਰੈਂਸ ਮਿੰਗਲਡ ਵਿਦ ਫੀਅਰ। ਤਾਂ ਫਿਰ ਜਦੋਂ ਕਾਫੀ ਦੇਰ ਉਸਦੇ ਵਰਤਾਓ ਜਦੋਂ ਬਦਲਿਆ ਰਿਹਾ, ਚੇਂਜ ਰਿਹਾ, ਤਾਂ ਉਹਨਾਂ ਨੇ ਇਹ ਸਮਝ ਲਿਆ ਕਿ ਇਹ ਹੁਣ ਉਹਨਾਂ ਨੂੰ ਵੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਉਹਨਾਂ ਦੇ ਮਨ ਵਿੱਚ ਉਹਦੇ ਪ੍ਰਤੀ ਇੱਕ ਡਰ ਦੀ ਭਾਵਨਾ ਵੀ ਪੈਦਾ ਹੋ ਗਈ, ਕਿਉਂਕਿ ਉਹ ਹਰ ਇੱਕ ਨਾਲ ਲੜਦਾ ਸੀ। Of understanding and sympathy he received none. ਕਿਸੇ ਕੋਲੋਂ ਵੀ ਉਸਨੂੰ ਸਮਝ, ਅੰਡਰਸਟੈਂਡਿੰਗ, ਹਮਦਰਦੀ ਨਹੀਂ ਮਿਲੀ। Shunned by everyone, ਹਰ ਕਿਸੇ ਨੇ ਉਸਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਦਿੱਤਾ, ਉਸ ਨਾਲ ਮੇਲ ਵਰਤਨ ਬੰਦ ਕਰ ਦਿੱਤਾ। ਸ਼ਨ ਕਰ ਦਿੱਤਾ ਮਤਲਬ ਬਾਈਕਾਟ ਕਰ ਦੇਣਾ। With a bitterness ever gnawing at his heart. ਤਾਂ ਹੋਇਆ ਕਿ ਜਦੋਂ ਹਰ ਕਿਸੇ ਨੇ ਉਸਨੂੰ ਸ਼ਨ ਕਰ ਦਿੱਤਾ, ਬਾਈਕਾਟ, ਉਸ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ, ਤਾਂ ਉਸਦੇ ਦਿਲ ਦੇ ਵਿੱਚ ਹੋਰ ਜ਼ਿਆਦਾ ਕੜੱਤਨ ਭਰਨੀ ਸ਼ੁਰੂ ਹੋ ਗਈ। Rahim Khan sought consolation in the unquestioned authority over his wife which society allowed him. ਹੁਣ ਰਹੀਮ ਖਾਨ ਜਿਹੜਾ ਸੀ ਪ੍ਰਤੀਪੂਰਤੀ ਕਿਸ ਤਰ੍ਹਾਂ ਕਰਦਾ? ਆਪਣੀ ਪਤਨੀ, ਸੁਸਾਇਟੀ ਨੇ ਉਸਦੇ ਲੜ ਲਾਇਆ ਹੋਇਆ ਸੀ ਉਸਦੀ ਪਤਨੀ ਨੂੰ, ਤੇ ਅਨਕੁਐਸਚਨਡ ਅਥਾਰਟੀ ਸੀ, ਤੇ ਉਸਦੇ ਰਹੀਮ ਖਾਨ ਨੂੰ ਉਸਦੇ ਪ੍ਰਤੀ ਕੋਈ ਕੁਐਸਚਨ ਨਹੀਂ ਸੀ ਕਰ ਸਕਦਾ, ਕੋਈ ਪ੍ਰਸ਼ਨ ਨਹੀਂ ਸੀ ਪੁੱਛ ਸਕਦਾ। ਸੋ ਉਸ ਪਤਨੀ ਦੇ ਉੱਤੇ ਉਸ ਸਾਰੇ ਕਿਸੇ ਦਾ ਜਿਹੜਾ ਬਦਲਾ ਸੀ ਉਹ ਪੂਰਾ ਕਰਦਾ। For 30 years his wife had submitted to his persecution with a slave-like docility that is the badge of her tribe. ਸੋ 30 ਸਾਲਾਂ ਤੱਕ ਉਸਦੀ ਪਤਨੀ ਗੁਲਾਮਾਂ ਵਾਂਗ, ਸਲੇਵ ਲਾਈਕ, ਡੋਸਿਲਿਟੀ ਦਾ ਮਤਲਬ ਬੜੀ ਕਹਿਣਾ ਮੰਨਣ ਵਾਲਾ, ਉਹ ਆਪਣੇ ਜਾਤੀ ਜਾਂ ਕਬੀਲੇ ਦਾ ਇੱਕ ਚਿੰਨ੍ਹ ਸਮਝ ਕੇ ਉਸਨੂੰ ਸਹਿਣ ਕਰਦੀ ਰਹੀ। Lately, indeed, she had become so used to corporal chastisement that it seemed unnatural if a whole week passed without a beating. ਹੌਲੀ-ਹੌਲੀ ਉਸਨੂੰ ਮਾਰ ਕੁੱਟ ਦੀ ਸਹਿਣ ਦੀ ਇੰਨੀ ਆਦਤ ਪੈ ਗਈ ਕਿ ਜੇ ਇੱਕ ਪੂਰਾ ਹਫ਼ਤਾ ਕਿਤੇ ਬਿਨਾਂ ਕੁੱਟ ਮਾਰ ਕਰਿਆ ਉਸਦਾ ਬੀਤ ਜਾਂਦਾ ਤਾਂ ਉਸਨੂੰ ਲੱਗਦਾ ਕਿ ਕੁਛ ਗੈਰ ਕੁਦਰਤੀ ਹੋ ਗਿਆ। To Rahim Khan, beating his wife had become a part of his everyday existence. ਰਹੀਮ ਖਾਨ ਵਾਸਤੇ ਆਪਣੀ ਪਤਨੀ ਨੂੰ ਕੁੱਟਣਾ ਮਾਰਨਾ ਇੱਕ ਉਹਦੀ ਜ਼ਿੰਦਗੀ ਦਾ, ਉਸਦੀ ਹੋਂਦ ਦਾ, ਐਗਜ਼ਿਸਟੈਂਸ, ਹੋਂਦ ਦਾ ਹਿੱਸਾ ਬਣ ਚੁੱਕਿਆ ਸੀ। As sleep gathered round him, ਹੁਣ ਅੱਜ ਜਦੋਂ ਮੰਜੀ ਤੇ ਪਿਆ ਹੋਇਆ ਉਸਨੂੰ ਨੀਂਦ ਨੇ ਘੇਰ ਲਿਆ, his last thought was whether he would be able to endure a life without having an opportunity of indulging in what had now become his second nature. ਸੌਣ ਤੋਂ ਪਹਿਲਾਂ ਲਾਸਟ ਉਹਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਹੁਣ ਉਹਦੀ ਜਿਹੜੀ ਸੈਕੰਡ ਨੇਚਰ ਬਣ ਚੁੱਕੀ ਸੀ ਇੰਨੇ ਸਾਲਾਂ ਤੋਂ, ਦੂਸਰਾ ਸੁਭਾਅ ਉਹਦਾ ਬਣ ਚੁੱਕਿਆ ਸੀ, ਕਿ ਉਹ ਉਸਨੂੰ ਪੂਰੇ ਕੀਤੇ ਬਿਨਾਂ ਆਪਣੀ ਉਹ ਜ਼ਿੰਦਗੀ ਨੂੰ ਬਤੀਤ ਕਰ ਸਕੇਗਾ। It was perhaps the only moment when Rahim Khan had a feeling not exactly of affection for his wife, but of loneliness without her. ਸ਼ਾਇਦ ਸਿਰਫ ਇੱਕੋ ਹੀ ਇਹ ਪਲ ਐਸਾ ਸੀ ਜਦੋਂ ਰਹੀਮ ਖਾਨ ਨੂੰ ਆਪਣੀ ਪਤਨੀ ਦੇ ਬਿਨਾਂ ਇਕੱਲਾ ਲੱਗਿਆ। ਇਹ ਨਹੀਂ ਸੀ ਕਿ ਉਸਨੂੰ ਉਹਦੇ ਨਾਲ ਕੋਈ ਅਫੈਕਸ਼ਨ ਸੀ, ਪਿਆਰ ਸੀ, ਉਸਦੇ ਬਿਨਾਂ ਉਸਨੂੰ ਇਕੱਲਾ ਲੱਗਿਆ। Never before had he realized how much the woman he hated was a part of his
life। ਅੱਜ ਤੋਂ ਪਹਿਲਾਂ ਉਸਨੇ ਕਦੀ ਇਸ ਗੱਲ ਨੂੰ ਮਹਿਸੂਸ ਨਹੀਂ ਸੀ ਕੀਤਾ ਕਿ ਉਹ ਆਪਣੀ ਪਤਨੀ ਜਿਸ ਨੂੰ ਕੋਈ ਇੰਨੀ ਨਫ਼ਰਤ ਕਰਦਾ ਸੀ ਕਿਵੇਂ ਉਸਦੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕੀ ਸੀ। When he awoke, it was already late forenoon। ਜਦੋਂ ਉਹ ਉੱਠਿਆ ਸਵੇਰੇ ਜਾਗਿਆ ਤਾਂ ਦੁਪਹਿਰ ਹੋ ਚੁੱਕੀ ਸੀ। And he started the day by cursing his wife। ਆਪਣੇ ਦਿਨ ਦੀ ਸ਼ੁਰੂਆਤ ਉਸਨੇ ਆਪਣੀ ਪਤਨੀ ਨੂੰ ਗਾਲਾਂ ਕੱਢਦੇ ਹੋਏ ਕੀਤੀ। For it was she who used to wake him up early every morning। ਕਿਉਂਕਿ ਇਹ ਉਹੀ ਸੀ ਜਿਹੜੀ ਕਿ ਉਸਨੂੰ ਹਰ ਰੋਜ਼ ਸਵੇਰੇ ਉਠਾ ਦਿਆ ਕਰਦੀ ਸੀ। He was in no great hurry today। ਲੇਕਿਨ ਅੱਜ ਉਸਨੂੰ ਕੋਈ ਜਲਦੀ ਨਹੀਂ ਸੀ। Lazily he got up and after his ablutions ਫਿਰ ਉਹ ਸੁਸਤੀ ਨਾਲ ਹੌਲੀ ਕਰਕੇ ਉੱਠਿਆ ਤੇ ਆਪਣੇ ਰੋਜ਼ ਦੀਆਂ ਉਹ ਜਿਹੜੀਆਂ ਚੁਲੀ ਵਗੈਰਾ ਕਰਕੇ ਮੂੰਹ ਹੱਥ ਧੋ ਕੇ milked the goats for his breakfast। ਬੱਕਰੀਆਂ ਦਾ ਦੁੱਧ ਚੋਇਆ ਤੇ ਆਪਣੇ ਨਾਸ਼ਤੇ ਵਾਸਤੇ। Which consisted of remains of the previous days ਚਪਾਤੀ soaked in fresh milk। ਪਿਛਲੇ ਦਿਨ ਦੀਆਂ ਕੁਝ ਰੋਟੀਆਂ ਬਚੀਆਂ ਹੋਈਆਂ ਪਈਆਂ ਸੀ ਜਿਹੜੀਆਂ ਕਿ ਉਸਨੇ ਤਾਜ਼ੇ ਦੁੱਧ ਵਿੱਚ ਭਿਉਂ ਕੇ ਖਾਧੀਆਂ। Then he sat down for a smoke। ਫਿਰ ਉਹ ਹੁੱਕਾ ਪੀਣ ਵਾਸਤੇ ਬੈਠ ਗਿਆ। With his beloved hookah besides him। ਉਸਦੇ ਪਿਆਰੇ ਹੁੱਕਾ ਜਿਹੜਾ ਕਿ ਉਹਦੇ ਨਾਲ ਸੀ। Now the hut was warm and alight with the rays of sun streaming in through the open window। ਹੁਣ ਝੌਂਪੜੀ ਨਿੱਘੀ ਹੋ ਚੁੱਕੀ ਸੀ ਤੇ ਸੂਰਜ ਦੀਆਂ ਕਿਰਨਾਂ ਸੀ ਉਹ ਖੁੱਲੀ ਹੋਈ ਖਿੜਕੀ ਦੇ ਵਿੱਚੋਂ ਦੀ ਪੈ ਰਹੀਆਂ ਸਨ। In a corner he revealed some cobwebs and having already decided to absent himself from his fields he thought he would tidy his hut। ਇੱਕ ਨੁੱਕਰ ਦੇ ਵਿੱਚ ਉਸਨੇ ਦੇਖਿਆ ਕਿ ਕੁਝ ਜਾਲੇ ਲੱਗੇ ਹੋਏ ਆ। ਉਸਨੇ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਹੋਇਆ ਸੀਗਾ ਕਿ ਅੱਜ ਉਹ ਖੇਤਾਂ ਵਿੱਚ ਨਹੀਂ ਜਾਏਗਾ। He thought he would tidy his hut। ਉਸਨੇ ਸੋਚਿਆ ਕਿ ਅੱਜ ਉਹ ਝੌਂਪੜੀ ਦੀ ਸਫਾਈ ਕਰੇਗਾ, ਟਾਈਡੀ ਕਰੇਗਾ, ਸਾਫ਼ ਸਫਾਈ ਕਰੇਗਾ। Tying some rags to the end of the long pole। ਇੱਕ ਲੰਬੇ ਜਿਹੇ ਲੱਕੜ ਨੂੰ ਕੁਝ ਪੁਰਾਣੇ ਕੱਪੜੇ ਬੰਨ ਲਏ। He was about to remove the cobwebs when he saw a nest in the thatched roof। ਉਹ ਜਾਲੇ ਮੱਕੜੀਆਂ ਉਤਾਰਨ ਹੀ ਲੱਗਿਆ ਸੀ ਕਿ ਉਸਦੀ ਨਜ਼ਰ ਬਾਲਿਆਂ ਦੀ ਛੱਤ ਸੀ ਉਹਦੇ ਵਿੱਚ ਇੱਕ ਬਣੇ ਹੋਏ ਆਲਣੇ ਤੇ ਪਈ। The two sparrows were fluttering in and out, twittering constantly। ਦੋ ਚਿੜੀਆਂ ਉਸ ਆਲਣੇ ਦੇ ਅੰਦਰ ਬਾਹਰ ਲਗਾਤਾਰ ਚੀਕ ਚਿਹਾੜਾ ਪਾਉਂਦੀਆਂ ਹੋਈਆਂ ਜਾ ਆ ਰਹੀਆਂ ਸਨ। His first impulse was to wreck the nest with one stroke of his pole। ਉਸੇ ਪਲ ਉਸਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਉਸ ਸੋਟੀ ਦੇ ਨਾਲ ਸੱਟ ਮਾਰ ਕੇ ਇਸ ਆਲਣੇ ਨੂੰ ਤੋੜ ਦੇਵੇ। wreck ਕਰਨਾ, ਤਬਾਹ ਕਰ ਦੇ। But something within him made him desist। ਲੇਕਿਨ ਦਿਆਲੂ ਇਨਸਾਨ ਸੀ। Throwing down the pole ਆਪਣੇ ਉਸ ਖੰਭੇ ਨੂੰ ਉਸਨੇ ਲੱਕੜ ਨੂੰ ਸੁੱਟ ਦਿੱਤਾ। He brought a stool। ਇੱਕ ਸਟੂਲ ਲੈ ਕੇ ਟੇਬਲ ਲੈ ਕੇ he climbed up on it to get a better view of the sparrows home। ਸਟੂਲ ਦੇ ਉੱਤੇ ਉਹ ਚੜ ਗਿਆ ਤਾਂ ਕਿ ਚਿੜੀਆਂ ਦੇ ਆਲਣੇ ਨੂੰ ਚੰਗੀ ਤਰ੍ਹਾਂ ਦੇਖ ਸਕੇ। Two little featherless mites of red flesh, baby sparrows hardly a day old lay in sight। ਦੋ ਬਿਨਾਂ ਖੰਭਾਂ ਦੇ ਬਿਲਕੁਲ ਨਵੇਂ ਜਨਮੇ ਛੋਟੇ ਬੱਚੇ ਬੋਟ ਲਾਲ ਚਮੜੀ ਵਾਲੇ ਬੇਬੀ ਸਪੈਰੋਸ ਦੇ ਇੱਕ ਦਿਨ ਦੇ ਹੀ ਹੋ ਸਕਦੇ ਆ ਉਹ ਉਸ ਵਿੱਚ ਪਏ ਹੋਏ ਸਨ। While their parents hovered round Rahim Khan's face screaming threateningly। ਜਦ ਕਿ ਉਹਨਾਂ ਦੇ ਪੇਰੈਂਟਸ ਮਾਤਾ ਪਿਤਾ ਰਹੀਮ ਖਾਨ ਦੇ ਚਿਹਰੇ ਦੇ ਆਲੇ ਦੁਆਲੇ ਬਹੁਤ ਜ਼ੋਰ ਨਾਲ ਉਸ ਵੱਲ ਪੈ ਰਹੇ ਸੀ। He barely had a glimpse of the inside of the nest when the mother sparrow attacked him। ਬੜੀ ਮੁਸ਼ਕਿਲ ਦੇ ਨਾਲ ਉਸਨੇ ਆਲਣੇ ਦੇ ਵਿੱਚ ਝਾਤੀ ਮਾਰੀ ਸੀ। ਇੱਕ ਗਲਿੰਪਸ ਮਤਲਬ ਇੱਕ ਪਲ ਉਸਦੇ ਵੱਲ ਦੇਖਿਆ ਸੀ ਕਿ ਮਦਰ ਸਪੈਰੋ ਸੀ ਉਸਦੇ ਉੱਤੇ ਉਸਨੇ ਹਮਲਾ ਕਰ ਦਿੱਤਾ। Oh damn you vixen, you must have plucked out my eye, exclaimed Rahim Khan with his characteristic hollow laugh and climbed down from his perch। ਵਿਕਸਨ ਦਾ ਮਤਲਬ ਬਦਤਮੀਜ਼। ਇਹ ਬਦਤਮੀਜ਼ ਸ਼ੈਤਾਨ ਤੂੰ ਮੇਰੀ ਹੁਣੇ ਅੱਖ ਬਾਹਰ ਕੱਢ ਦੇਣੀ ਸੀ। ਰਹੀਮ ਖਾਨ ਬੜਾ ਹੈਰਾਨ ਹੋਇਆ। ਆਪਣਾ ਖਾਲੀ ਜਿਹਾ ਹਾਸਾ ਹੱਸਦਾ ਹੋਇਆ ਉਸਨੇ ਕਿਹਾ ਤੇ ਉਸ ਬੈਂਚ ਤੋਂ ਨੀਚੇ ਉਤਰ ਗਿਆ। He was strangely amused by the little bird's heroic efforts to save her home and children। ਉਹ ਉਸ ਛੋਟੀ ਜਿਹੀ ਚਿੜੀ ਦੇ ਹੀਰੋਆਂ ਭਰੇ ਕਾਰਨਾਮੇ ਆਪਣੇ ਘਰ ਨੂੰ ਬਚਾਉਣ ਵਾਸਤੇ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਜੋ ਉਹਨੇ ਕੀਤਾ ਬੜੀ ਬਹਾਦਰੀ ਨਾਲ ਉਸਨੂੰ ਦੇਖ ਕੇ ਉਹ ਬਹੁਤ ਇੰਪ੍ਰੈਸ ਹੋਇਆ।
ਉਹਦੇ ਤੇ ਅਸਰ ਹੋਇਆ। ਦ ਸਪੈਰੋਜ਼ ਨੈਸਟ ਸਫਰਡ no home that day। ਉਸ ਦਿਨ ਉਸ ਚਿੜੀਆਂ ਦੇ ਘਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਬਚ ਗਈਆਂ। ਐਂਡ ਪੀਸ reigned in ਰਹੀਮ ਖਾਨਸ ਹਟ। ਤੇ ਰਹੀਮ ਖਾਨ ਦੀ ਝੌਂਪੜੀ ਵਿੱਚ ਫਿਰ ਸ਼ਾਂਤੀ ਪਸਰ ਗਈ। ਨੈਕਸਟ ਡੇ ਹੀ resumed his daily work। ਅਗਲੇ ਦਿਨ ਰਹੀਮ ਖਾਨ ਆਪਣੇ ਰੋਜ਼ ਦੇ ਕੰਮ ਦੁਬਾਰਾ ਸ਼ੁਰੂ ਕਰ ਲਿਆ, ਰਿਜ਼ਿਊਮ ਕਰ ਲਿਆ। ਸਟਿਲ no one talked to him in the village। ਕੋਈ ਵੀ ਪਿੰਡ ਵਿੱਚ ਉਹਦੇ ਨਾਲ ਅਜੇ ਤੱਕ ਬੋਲਦਾ ਨਹੀਂ ਸੀ। From morning till late in the afternoon he would toil in the field plowing the furrows and watering the crops। ਸਾਰਾ ਦਿਨ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਦੇਰ ਤੱਕ ਉਹ ਖੇਤਾਂ ਦੇ ਵਿੱਚ ਹਲ ਵਾਹੁੰਦਾ ਤੇ ਖੇਤਾਂ ਨੂੰ ਪਾਣੀ ਦਿੰਦਾ। But he returned home before the sunset। ਲੇਕਿਨ ਸੂਰਜ ਡੁੱਬਣ ਤੋਂ ਪਹਿਲਾਂ ਉਹ ਵਾਪਸ ਘਰ ਪਰਤ ਆਉਂਦਾ। Then he would lie on his cot। ਫਿਰ ਉਹ ਆਪਣੀ ਮੰਜੀ ਤੇ ਪੈ ਜਾਂਦਾ, smoking his hookah and watching with lively interest in the antics of the sparrow family। ਤੇ ਹੁੱਕਾ ਪੀਂਦਿਆਂ ਹੋਇਆਂ ਉਹ ਚਿੜੀਆਂ ਜਿਹੜੀਆਂ ਕਿ ਚਿੜੀਆਂ ਦਾ ਪਰਿਵਾਰ ਸੀ, ਉਹਨਾਂ ਦੇ ਚੌਂਚਲੇ, ਉਹਨਾਂ ਦੇ ਉਛਲ-ਕੁੱਦ ਬੜੇ ਧਿਆਨ ਦੇ ਨਾਲ ਉਹਨਾਂ ਨੂੰ ਦੇਖਦਾ, ਕਿਉਂਕਿ ਉਹ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਰਹਿ ਰਹੇ ਸੀ ਉਹਨਾਂ ਨੂੰ ਦੇਖਦਾ। The two little ones had now grown up into fine young birds। ਜਿਹੜੇ ਦੋ ਛੋਟੇ ਬੋਟ ਸੀਗੇ ਉਹ ਹੁਣ ਵੱਡੇ ਹੋ ਗਏ ਸੀਗੇ। And he called them Nuru and Bundu after his lost sons whom he had not seen for several years। ਉਹਨਾਂ ਛੋਟੇ ਬੱਚੇ ਚਿੜੀਆਂ ਦੇ ਨਾਮ ਉਸਨੇ ਆਪਣੇ ਪੁੱਤਰਾਂ ਦੇ ਨਾਮ, ਜਿਨ੍ਹਾਂ ਨੂੰ ਕਿ ਕਈ ਸਾਲਾਂ ਤੋਂ ਉਸਨੇ ਦੇਖਿਆ ਨਹੀਂ ਸੀ, ਮਿਲਿਆ ਨਹੀਂ ਸੀ, ਨੂਰੂ ਤੇ ਬੰਦੂ ਰੱਖ ਦਿੱਤਾ। The four sparrows were his only friends in the world। ਸਾਰੇ ਸੰਸਾਰ ਦੇ ਵਿੱਚ, ਸਾਰੀ ਦੁਨੀਆ ਵਿੱਚ ਇਹ 4 ਚਿੜੀਆਂ ਉਸਦੀਆਂ ਇਕੱਲੀਆਂ ਦੋਸਤ ਸਨ। His neighbors were still frightened of him। ਅਜੇ ਵੀ ਉਹਦੇ ਆਂਢੀ ਗੁਆਂਢੀ ਉਸ ਤੋਂ ਡਰਦੇ ਸਨ। And regarded his recent peaceful behavior with suspicion। ਤੇ ਉਹਦਾ ਜਿਹੜਾ ਹੁਣ ਸ਼ਾਂਤੀ ਵਾਲਾ ਵਰਤਾਓ ਦੇਖ ਕੇ ਉਹਨਾਂ ਨੂੰ ਉਸ ਤੇ ਸ਼ੱਕ ਹੁੰਦਾ, ਸ਼ੱਕ ਦੀ ਨਜ਼ਰ ਨਾਲ ਉਸਦੇ ਸ਼ਾਂਤੀ ਵਾਲੇ ਵਰਤਾਓ ਨੂੰ ਦੇਖਦੇ। They were genuinely astonished that for some time no one had seen him beating his bullocks। ਉਹਨਾਂ ਦੇ ਜਿਹੜਾ ਸ਼ੱਕ ਸੀਗਾ, ਹੈਰਾਨੀ ਸੀ, ਉਹ ਵੀ ਸਹੀ ਸੀ ਆਪਣੇ ਥਾਂ ਤੇ, ਕਿ ਕਿਸੇ ਨੇ ਉਸਨੂੰ ਹੁਣ ਬਲਦ ਸੀਗੇ ਉਹਨਾਂ ਨੂੰ ਕੁੱਟਦੇ ਹੋਏ ਨਹੀਂ ਸੀ ਦੇਖਿਆ। ਨੱਥੂ ਐਂਡ ਛਿੱਡੂ ਜਿਨ੍ਹਾਂ ਦਾ ਨਾਮ ਸੀ ਬਲਦਾਂ ਦਾ, themselves were happy and grateful and their bruised bodies had almost healed। ਤੇ ਉਹਦੇ ਬਲਦਾਂ ਨੂੰ ਹੁਣ ਕਿੰਨੇ ਦਿਨਾਂ ਤੋਂ ਉਸਨੇ ਕੁੱਟਿਆ ਨਹੀਂ ਸੀ ਤੇ ਉਹ ਵੀ ਬੜੇ ਖੁਸ਼ ਸਨ ਹੁਣ, ਬਲਦ ਨੱਥੂ ਤੇ ਛਿੱਡੂ, ਤੇ ਬੜੇ ਉਹਦੇ ਧੰਨਵਾਦੀ ਸੀਗੇ ਕਿ ਉਹਨਾਂ ਦੀਆਂ ਜਿਹੜੇ ਸਰੀਰ ਸੀਗੇ ਜਿਹੜੇ ਕਿ ਜ਼ਖਮਾਂ ਨਾਲ ਭਰੇ ਹੋਏ ਸੀਗੇ ਕੁੱਟ ਖਾ ਕੇ, ਉਹ ਹੁਣ ਤਕਰੀਬਨ ਠੀਕ ਹੋ ਚੁੱਕੇ ਸੀ। One monsoon evening when the sky was overcast with threatening clouds। ਇੱਕ ਬਰਸਾਤ ਦੀ ਸ਼ਾਮ, ਅਸਮਾਨ ਤੇ ਬਹੁਤ ਬੱਦਲ ਛਾਏ ਹੋਏ ਸੀ। ਰਹੀਮ ਖਾਨ returned from the fields a little earlier than usual। ਆਮ ਨਾਲੋਂ ਕੁਝ ਜਲਦੀ ਰਹੀਮ ਖਾਨ ਆਪਣੇ ਖੇਤਾਂ ਵਿੱਚੋਂ ਵਾਪਸ ਆ ਗਿਆ। He found a group of children playing in the road। ਕੁਝ ਬੱਚੇ ਉਸਨੇ ਦੇਖੇ ਕਿ ਜਿਹੜੇ ਕਿ ਸੜਕ ਵਿੱਚ ਖੇਡ ਰਹੇ ਸੀ। They ran away as they saw him। ਉਸਨੂੰ ਦੇਖਦਿਆਂ ਹੀ ਉਹ ਭੱਜ ਗਏ। And even left their shoes behind in their haste। ਅਤੇ ਕਾਹਲੀ ਦੇ ਵਿੱਚ ਉਹ ਆਪਣੀ ਜੁੱਤੀਆਂ ਪਾਉਣੀਆਂ ਵੀ ਭੁੱਲ ਗਏ, ਪਿੱਛੇ ਛੱਡ ਗਏ। In vain did Rahim Khan shout। ਫਜ਼ੂਲ ਵਿੱਚ ਹੀ ਰਹੀਮ ਖਾਨ ਉੱਚੀ ਉੱਚੀ ਬੋਲਣ ਲੱਗਿਆ। Why are you running away? I am not going to beat you। ਤੁਸੀਂ ਕਿਉਂ ਭੱਜ ਰਹੇ ਹੋ? ਮੈਂ ਤੁਹਾਨੂੰ ਕੁੱਟਣ ਨਹੀਂ ਲੱਗਿਆ। Meanwhile it had started drizzling। ਉਸੇ ਵੇਲੇ ਬਾਰਿਸ਼ ਸ਼ੁਰੂ ਹੋ ਗਈ। And he hurried homewards to tie up the bullocks before the big downpour came। ਤੇ ਕਾਹਲੀ ਦੇ ਨਾਲ ਉਹ ਆਪਣੇ ਘਰ ਵੱਲ ਨੂੰ ਚੱਲ ਗਿਆ ਤਾਂ ਕਿ ਉਹ ਆਪਣੇ ਬਲਦਾਂ ਨੂੰ ਜ਼ਿਆਦਾ ਬਾਰਿਸ਼ ਆਉਣ ਤੋਂ ਪਹਿਲਾਂ ਉੱਥੇ ਜਾ ਕੇ ਬੰਨ੍ਹ ਦੇਵੇ। Entering his hut, Rahim Khan lighted the earthenware oil lamp। ਆਪਣੀ ਝੌਂਪੜੀ ਦੇ ਵਿੱਚ ਦਾਖਲ ਹੋ ਕੇ ਰਹੀਮ ਖਾਨ ਨੇ ਮਿੱਟੀ ਦਾ ਦੀਵਾ ਜਿਹੜਾ ਸੀ ਉਹ ਬਾਲਿਆ। And placed some crumbs of bread for the sparrows before he prepared his own dinner। ਤੇ ਕੁਝ ਰੋਟੀ ਦੇ ਟੁਕੜੇ ਜਿਹੜੇ ਸੀ ਉਹ ਚਿੜੀਆਂ ਦੇ ਅੱਗੇ ਰੱਖ ਦਿੱਤੇ ਇਸ ਤੋਂ ਪਹਿਲਾਂ ਕਿ ਉਹ ਆਪਣਾ ਖਾਣਾ ਤਿਆਰ ਕਰੇ। ਉਹ ਨੂਰੂ, ਉਹ ਬੰਦੂ, he shouted, but the sparrows did not come out। ਉਸਨੇ ਆਵਾਜ਼ਾਂ ਲਾਈਆਂ ਚਿੜੀਆਂ ਨੂੰ, ਉਹ ਨੂਰੂ, ਉਹ ਬੰਦੂ, ਉੱਚੀ ਬੋਲਿਆ, ਲੇਕਿਨ ਕੋਈ ਚਿੜੀ ਬਾਹਰ ਨਹੀਂ ਆਈ। Anxious to find out what had happened to his friends, he peered into the nest and found the quartet scared and sitting huddled up within their feathers। ਬੜਾ ਉਤਸੁਕ ਹੋ ਕੇ ਉਸਨੇ ਦੇਖਿਆ ਕਿ ਉਹਦੇ ਦੋਸਤਾਂ ਨੂੰ ਕੀ ਹੋਇਆ। ਉਸਨੇ ਉਹਨਾਂ ਦੇ ਆਲਣੇ ਦੇ ਵਿੱਚ ਝਾਤੀ ਮਾਰੀ, ਪੀਅਰਡ ਝਾਤੀ ਮਾਰਨੀ, ਤੇ ਦੇਖਿਆ ਕਿ ਉਹ ਚਾਰੋਂ ਦੇ ਚਾਰੋਂ, ਕੁਆਰਟੈਟ ਦਾ ਮਤਲਬ ਚਾਰੋਂ, ਡਰੇ ਹੋਏ, ਸਹਿਮੇ ਹੋਏ, ਇਕੱਠੇ ਮੁੱਠੇ ਜਿਹੇ ਹੋ ਕੇ ਆਪਣੇ ਖੰਭਾਂ ਨੂੰ ਇਕੱਠੇ ਕਰਕੇ ਬੈਠੇ ਹੋਏ ਸੀ। At the very
spot where the nest lay, ਜਿਸ ਜਗ੍ਹਾ ਤੇ ਉਹਨਾਂ ਦਾ ਆਲਣਾ ਸੀ, the roof was leaking, ਉਹਦੇ ਉੱਪਰ ਜਿਹੜੀ ਛੱਤ ਸੀ ਉਹ ਲੀਕ ਕਰ ਰਹੀ ਸੀ। ਰਹੀਮ ਖਾਨ took a ladder, ਰਹੀਮ ਖਾਨ ਨੇ ਇੱਕ ਪੌੜੀ ਲਈ and went out in the pouring rain to repair the damage, ਤੇ ਵਰਦੇ ਹੋਏ ਮੀਂਹ ਦੇ ਵਿੱਚ ਉਸ ਨੁਕਸਾਨ ਨੂੰ ਠੀਕ ਕਰਨ ਵਾਸਤੇ ਛੱਤ ਤੇ ਚੜ ਗਿਆ। By the time the job was satisfactorily done, ਜਦੋਂ ਸਾਰਾ ਕੰਮ ਸੰਤੋਸ਼ਜਨਕ ਢੰਗ ਨਾਲ ਕਰ ਲਿਆ ਉਸਨੇ, he was thoroughly drenched, ਬੁਰੀ ਤਰ੍ਹਾਂ ਨਾਲ ਉਹ ਪੂਰਾ ਤਰੀਕੇ ਨਾਲ ਭਿੱਜ ਗਿਆ। As he sat on the cot, ਜਿਵੇਂ ਹੀ ਉਹ ਮੰਜੀ ਤੇ ਬੈਠਿਆ, ਰਹੀਮ ਖਾਨ sneezed, ਰਹੀਮ ਖਾਨ ਨੂੰ ਛਿੱਕਾਂ ਆਈਆਂ, but he did not heed the warning and went to sleep, ਪਰ ਉਸਨੇ ਇਹਦੇ ਵੱਲ ਕੋਈ ਬਹੁਤਾ ਧਿਆਨ ਨਾ ਦਿੱਤਾ ਤੇ ਸੌਂ ਗਿਆ। ਨੈਕਸਟ ਮਾਰਨਿੰਗ ਹੀ ਅਵੋਕ ਵਿਦ ਅ ਹਾਈ ਫੀਵਰ, ਅਗਲੀ ਸਵੇਰ ਜਦੋਂ ਉੱਠਿਆ ਤਾਂ ਉਸਨੂੰ ਬਹੁਤ ਤੇਜ਼ ਬੁਖਾਰ ਸੀ। When the villagers did not see him going to the fields for several days, ਜਦੋਂ ਪਿੰਡ ਵਾਲਿਆਂ ਨੇ ਦੇਖਿਆ ਕਿ ਕਿੰਨੇ ਦਿਨਾਂ ਤੋਂ ਰਹੀਮ ਖਾਨ ਖੇਤਾਂ ਵੱਲ ਜਾ ਨਹੀਂ ਰਿਹਾ, they grew anxious, ਉਹਨਾਂ ਨੂੰ ਕੁਝ ਉਤਸੁਕਤਾ ਹੋਈ, and came to see what the matter was, ਤੇ ਕੀ ਵਾਪਰਿਆ ਦੇਖਣ ਵਾਸਤੇ ਉਹ ਆਏ। Through a crack in the door, they saw him lying on the cot talking to himself, ਦਰਵਾਜ਼ੇ ਦੇ ਵਿੱਚੋਂ, ਝੀਤ ਦੇ ਵਿੱਚੋਂ ਉਹਨਾਂ ਨੇ ਦੇਖਿਆ ਰਹੀਮ ਖਾਨ ਆਪਣੇ ਮੰਜੇ ਤੇ ਪਿਆ ਹੋਇਆ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ। ਉਹ ਬੰਦੂ, ਉਹ ਨੂਰੂ, who will feed you when I am gone, ਉਹ ਬੰਦੂ, ਉਹ ਨੂਰੂ, ਤੁਹਾਨੂੰ ਕੌਣ ਖਾਣਾ ਖਿਲਾਏਗਾ ਜੇ ਮੈਂ ਚਲਾ ਗਿਆ ਤਾਂ। The peasants shook their heads sympathetically, ਤੇ ਜਿਹੜੇ ਕਿਸਾਨ ਉਸਨੂੰ ਬਾਹਰੋਂ ਝੀਤ ਵਿੱਚੋਂ ਦੇਖ ਰਹੇ ਸੀ, ਉਹਨਾਂ ਨੇ ਆਪਣੇ ਸਿਰ ਹਮਦਰਦੀ ਦੇ ਨਾਲ ਹਿਲਾਏ। Poor fellow, they said, ਉਹਨਾਂ ਨੇ ਕਿਹਾ ਵਿਚਾਰਾ ਗਰੀਬ, he had gone mad, ਪਾਗਲ ਹੋ ਗਿਆ। We will send for his wife to look after him, ਅਸੀਂ ਇਹਦੀ ਪਤਨੀ ਨੂੰ ਸੱਦਾ ਭੇਜਦੇ ਹਾਂ ਕਿ ਉਹ ਆ ਕੇ ਇਸਦੀ ਦੇਖਭਾਲ ਕਰ ਲਵੇ। Next morning, when Rahim Khan's wife, anxious and weeping, came with her sons, a group of neighbors collected in sympathy, ਅਗਲੀ ਸਵੇਰ ਰਹੀਮ ਖਾਨ ਦੀ ਪਤਨੀ ਰੋਂਦੀ ਹੋਈ ਤੇ ਕੁਛ ਉਤਸੁਕ ਹੋਈ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਆਈ। ਕੁਝ ਆਂਢੀ ਗੁਆਂਢੀ ਵੀ ਹਮਦਰਦੀ ਜਤਾਉਣ ਲਈ ਇਕੱਠੇ ਹੋ ਗਏ। The door was locked from the inside, ਦਰਵਾਜ਼ਾ ਅੰਦਰੋਂ ਬੰਦ ਸੀ। And in spite of loud knocking, no one opened it, ਬਹੁਤ ਉੱਚੀ ਉੱਚੀ ਇਸਨੂੰ ਖੜਕਾਉਣ ਦੇ ਬਾਵਜੂਦ ਵੀ ਕਿਸੇ ਨੇ ਇਸਨੂੰ ਖੋਲ੍ਹਿਆ ਨਹੀਂ। When they broke their way in, ਜਦੋਂ ਦਰਵਾਜ਼ੇ ਨੂੰ ਤੋੜ ਕੇ ਅੰਦਰ ਗਏ, they found the large and gaunt frame of Rahim Khan lying in the brooding silence of the room, broken only by fluttering of 4 sparrows, ਤਾਂ ਉਹਨਾਂ ਨੇ ਦੇਖਿਆ ਕਿ ਅੰਦਰ ਭਾਰੀ ਭਰਕਮ ਸਰੀਰ ਰਹੀਮ ਖਾਨ ਦਾ ਕਮਰੇ ਦੀ ਸ਼ਾਂਤੀ ਦੇ ਵਿੱਚ ਪਿਆ ਹੋਇਆ ਸੀ। broken only by the fluttering of 4 sparrows, ਤੇ ਉਹ ਸ਼ਾਂਤੀ ਚਿੜੀਆਂ ਦੇ ਉੱਡਣ ਦੇ ਨਾਲ, ਉਹਨਾਂ ਦੀ ਖੰਭਾਂ ਦੀ ਆਵਾਜ਼ ਦੇ ਨਾਲ, ਫੜਫੜਾਉਣ ਦੇ ਨਾਲ ਉਹ ਸ਼ਾਂਤੀ ਭੰਗ ਹੋ ਰਹੀ ਸੀ। ਸੋ this is all for this story, students. ਸੋ ਇਸ ਸਟੋਰੀ ਦੇ ਵਿੱਚ ਅਸੀਂ ਇਹ ਦੇਖਿਆ ਕਿ ਨਰਮ ਦਿਲ ਰਹੀਮ ਖਾਨ ਕਿਸ ਤਰ੍ਹਾਂ ਇੱਕ ਬੀਸਟ ਦੇ ਵਿੱਚ ਚੇਂਜ ਹੋ ਜਾਂਦਾ ਹੈ, ਹਾਰਡ ਹਾਰਟਡ ਇਨਸਾਨ ਬਣ ਜਾਂਦਾ ਹੈ, ਅਤੇ ਉਸ ਤੋਂ ਬਾਅਦ ਜਦੋਂ ਚਿੜੀਆਂ ਉਹਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਤਾਂ ਉਹ ਫਿਰ ਤੋਂ ਉਹ ਪੁਰਾਣਾ ਪਹਿਲੇ ਵਾਲਾ ਨਰਮ ਦਿਲ ਇਨਸਾਨ ਬਣ ਜਾਂਦਾ ਹੈ, ਅਤੇ ਉਸ ਚਿੜੀਆਂ ਦੇ ਪਰਿਵਾਰ ਵਿੱਚ ਹੀ ਆਪਣਾ ਪਰਿਵਾਰ ਦੇਖਦਾ, ਉਹਨਾਂ ਦੇ ਨਾਲ ਪਿਆਰ ਕਰਦਾ, ਅਤੇ ਉਹਨਾਂ ਨੂੰ ਬਚਾਉਂਦੇ ਹੋਏ ਆਪਣੀ ਜ਼ਿੰਦਗੀ ਨੂੰ ਉਹਨਾਂ ਤੋਂ ਕੁਰਬਾਨ ਕਰ ਦਿੰਦਾ। So these questions you have to do long answer type questions. You will do the character sketch of Rahim Khan. This is very important question. All the questions we will do some another day. So till then, take care. Thank you.